गुर दयाल समरथ गुर गुर नानक पतत उदाहरण है। जहाँ पाक जबरस्त ज़ाहिर ज़ुहूर अता में देहद हम चुहाज़र हजूर। अता बख्शियो पाक परवरदिगार रहीमस्त रोज़ी देहो हर दयार। हर हर जन दुई एक है बिब विचार कश नाहे। जलते उपजत रंग ज्यो जल ही बिखै सुमाहे। जिना ना विसरै नाम से कन्हैया भेद ना जानहो मूल साईं जिह्या। चौवर छतर तखत दे मालक साहिब श्री गुरु ग्रंथ साहिब जी तिन्हां दी पवित्र हजूरी विच आप सरबत संगतां बड़े ही पाकिस्तान दे उपर सुभाईमान हो जिस पाक जगह बाबत दुनिया दे हर कोने ताई जिथे किते भी सिख जगत दा कोई फुल खिड़िया है नामना है और महापुरुषां दे विचों सिरमौर अते बुलंद हस्ती ब्रह्म ज्ञानी संत अतर सिंह जी महाराज और उन्हां दी ए पाक जगह जिथे इबादत कीती जिथे गुरसिੱਖੀ दे प्रचार प्रसार दे लई महान केंद्र स्थापित कीता। धर्मशालावां स्थापित कीतियां दुनियावी विद्या लई गुरमत दे स्कूल कालेज स्थापित कीते। उन्हां महापुरुषां दी जिहड़ी कीर्ति है महिमा है गुरु ग्रंथ साहिब दे पाक बोल ने रसना एक अनेक गुण पूर्ण जन की केतक उपमा लही है। अगम अगोचर सद अविनाशी शरण संतन की लही है। कहंदे चमदी जुबान नाल महापुरुषां दे गीत गा के अंत पा सकना ये नहीं हो सकता। खैर वो जिथे जिथे भी गए बाणी दा फरमान है 8-60 तीर्थ जह साध पग तर है। और उन्हां पाक स्थानां चों एक गुरुद्वारा मस्तूआणा साहिब जिथे आप संगतां इन्हां समागमां दे विच महापुरुषां नूं याद करन दे लई हाज़रीन हो इकत्तर होए हो। ये वो पाकिस्तान है जिथे बंदगी दे नाल नाल इस पंज भूतक शरीर का त्याग भी बाबा अतर सिंह जी महाराज ने कीता। सोना दा अंगीठा साहिब भी है। गुरु ग्रंथ साहिब सच्चे पातशाह अपने तकरीबन हर पाक अंग दे उत्ते महापुरुषां नूं जगह दिंदे ने। संतां दी वडियाई करदे ने संतां दी उस्तति करदे ने।
ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਅਸੀਮ ਵਡਿਆਈ ਬਖਸ਼ੀ ਹੈ ਮਹਾਂਪੁਰਸ਼ਾਂ ਨੂੰ। ਜਿਵੇਂ ਬਾਣੀ ਦਾ ਫਰਮਾਨ ਹੈ, ਹਰ ਕਾ ਸੰਤ ਹਰ ਕੀ ਹਰ ਮੂਰਤ, ਜਿਸ ਹਿਰਦੈ ਹਰ ਨਾਮ ਮੁਰਾਰ। ਇੰਨੀ ਵਡਿਆਈ ਦੇ ਦਿੱਤੀ, ਕਹਿੰਦੇ ਸੰਤ ਪਰਮਾਤਮਾ ਦੀ ਹੀ ਮੂਰਤ ਹੈ, ਪਰਮਾਤਮਾ ਦਾ ਹੀ ਸਰੂਪ ਹੈ, ਔਰ ਉਹਦੇ ਅੰਦਰ ਪਰਮਾਤਮਾ ਦਾ ਨਾਮ ਪ੍ਰਗਟ ਹੈ, ਵਸਿਆ ਹੋਇਆ ਹੈ, ਰਚਿਆ ਹੋਇਆ ਹੈ। ਮਸਤਕ ਭਾਗ ਹੋਵੇ ਜਿਸ ਲਿਖਿਆ, ਸੋ ਗੁਰਮਤਿ ਹਿਰਦੈ ਹਰ ਨਾਮ ਸੁਮਾਰ। ਪਰ ਵੱਡਿਆਂ ਭਾਗਾਂ ਵਾਲਾ ਕੋਈ ਵਿਰਲਾ ਹੋਇਆ ਕਰਦਾ ਹੈ, ਜਿਨੇ ਪਰਮਾਤਮਾ ਦੇ ਨਾਮ ਨੂੰ ਸੰਭਾਲਣਾ ਕੀਤਾ, ਜਪਣਾ ਕੀਤਾ, ਹਿਰਦੇ 'ਚ ਟਿਕਾਉਣਾ ਕੀਤਾ, ਔਰ ਜਿਸ ਦੇ ਅੰਦਰ ਨਾਮ ਟਿਕ ਗਿਆ ਉਹ ਹਰ ਦੀ ਮੂਰਤ ਹੋ ਨਿਬੜਿਆ, ਪਰਮਾਤਮਾ ਦਾ ਸਰੂਪ ਹੋ ਨਿਬੜਿਆ। ਕਹਿੰਦੇ ਦਾ ਸੇਂਟ ਇਜ਼ ਦਾ ਇੰਬੋਡੀਮੈਂਟ ਆਫ ਦਾ ਲਾਰਡ। ਖੁਦਾ ਦੀ ਮੂਰਤ ਹੁੰਦੇ ਨੇ ਮਹਾਂਪੁਰਸ਼। ਮਹਾਂਪੁਰਸ਼ਾਂ ਅੰਦਰ ਅਤੇ ਪਰਮਾਤਮਾ ਅੰਦਰ ਰੰਚਕ ਮਾਤਰ ਵੀ ਭੇਦ ਨਹੀਂ ਹੁੰਦਾ। ਔਰ ਸੰਤੋ ਜਿਹਦੇ ਇੰਦਰੇ ਸ਼ਾਂਤ ਨੇ, ਜਿਹੜਾ ਵਿਕਾਰਾਂ ਤੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੈ, ਜਿਹਦੇ ਮਨ ਨੂੰ ਬਾਣੀ ਨੇ ਠਾਰ ਛੱਡਿਆ ਹੈ, ਜਿਹਦਾ ਮਨ ਕਾਬੂ ਵਿੱਚ ਹੈ, ਚੱਤੋ ਪੈਰ ਪਰਮਾਤਮਾ ਦੇ ਜਿਹੜਾ ਗੀਤ ਗਾਉਂਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਇੱਕ ਬਚਨ ਕਿਹਾ, ਕਹਿੰਦੇ ਗੈਰ ਹਮਦੇ ਹਕ ਨਿਆਇਦ ਬਰ ਜ਼ਬਾਨਮ ਹੇਚ ਗਾਹਾ। ਉਹ ਫਾਰਸੀ ਦੇ ਬੋਲ ਨੇ, ਸੰਤ ਦੀ ਅਵਸਥਾ ਕੀ ਹੈ ਬਿਆਨ ਕਰਦੇ ਨੇ। ਹਾਸਿਲੇ ਈ ਉਮਰ ਰਾ ਆਖਿਰੇ ਦਿਲੇ ਗੋਇਆ ਗਰਿਫਤ। ਭਾਈ ਸਾਹਿਬ ਭਾਈ ਨੰਦ ਲਾਲ ਆਪਣੀ ਪਾਕ ਬਾਣੀ ਦੇ ਵਿੱਚ ਗਜ਼ਲਾਂ ਦੇ ਵਿੱਚ ਕਹਿੰਦੇ ਨੇ, ਗੈਰ ਦਾ ਮਤਲਬ ਹੁੰਦਾ ਹੈ ਬਿਨਾਂ, ਸਿਵਾਏ। ਹਮਦੇ ਦਾ ਮਤਲਬ ਹੈ ਉਸਤਤ ਕਰਨੀ, ਉਪਮਾ ਕਰਨੀ। ਮਹਾਂਪੁਰਸ਼ ਕੀ ਹੈ? ਕਹਿੰਦੇ ਉਹ ਐਸੀ ਬੁਲੰਦ ਹਸਤੀ ਹੈ ਜਿਹਦੀ ਜ਼ੁਬਾਨ ਤੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਸੇ ਦਾ ਨਾਮ ਹੀ ਨਹੀਂ ਆਇਆ, ਜਿਹਦੀ ਜ਼ੁਬਾਨ ਤੇ ਅਕਾਲ ਪੁਰਖ ਦੀ ਵਡਿਆਈ ਤੋਂ ਬਿਨਾਂ, ਜੀਵ ਦੇ ਉੱਤੇ ਉਹਦੇ ਗੀਤਾਂ ਤੋਂ ਬਿਨਾਂ ਕਿਸੇ ਦੂਸਰੇ ਦਾ ਜ਼ਿਕਰ ਹੀ ਨਹੀਂ ਆਇਆ। ਫਿਰ ਕਹਿੰਦੇ ਜਿਸਨੇ ਗੀਤ ਗਾਏ, ਦਿਨ ਰਾਤ ਵਾਹਿਗੁਰੂ ਦੇ ਨਾਮ ਦਾ ਅਭਿਆਸ ਕੀਤਾ, ਉਹਨੇ ਅੰਤ ਨੂੰ ਜ਼ਿੰਦਗੀ ਦਾ ਨਫਾ ਹਾਸਲ ਕਰ ਲਿਆ। ਉਹ ਜੀਵਨ ਮੁਕਤ ਹੋ ਨਿਬੜਿਆ, ਪਰਮਾਤਮਾ ਦੀ ਉਸਨੇ ਪ੍ਰਾਪਤੀ ਕਰ ਲਈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵਾਰੀ ਸੀ ਗੋਬਿੰਦ ਨੂੰ ਮਿਲਣ ਦੀ, ਤੇ ਆਪਾਂ ਸੰਸਾਰੀਆਂ ਨੂੰ ਹੀ ਮਿਲਦੇ ਰਹਿ ਗਏ, ਤੇ ਸਾਧੋ ਸੰਤੋ ਜਿਹੜਾ ਗੋਬਿੰਦ ਨੂੰ ਮਿਲ ਗਿਆ, ਪਰਮਾਤਮਾ ਦੇ ਜਿਸਨੇ ਗੀਤ ਗਾਏ। ਸੋ ਬਾਣੀ ਦੇ ਅੰਦਰ ਬੇਅੰਤ ਵਡਿਆਈ ਹੈ ਮਹਾਂਪੁਰਸ਼ਾਂ ਦੀ। ਬਾਣੀ ਦਾ ਫਰਮਾਨ ਹੈ, ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ, ਤਿਸ ਜਨ ਕਉ ਕਰੋ ਨਮਸਕਾਰਾ। ਕਹਿੰਦੇ ਇਉਂ ਕਰੋ ਜਿਹਦੇ ਅੰਦਰ ਪਰਮਾਤਮਾ ਵਸਿਆ। ਭਾਈ ਨੰਦ ਲਾਲ ਕਹਿੰਦੇ ਜਿਹੜਾ ਗਾਵੇਗਾ ਉਹਦੇ ਅੰਦਰ ਹੀ ਟਿਕੇਗਾ, ਜਿਹਨੇ ਗਾਇਆ ਹੀ ਨਹੀਂ, ਜਿਹਦੀ ਜ਼ੁਬਾਨ ਤੇ ਨਹੀਂ ਆਇਆ, ਉਹਦੇ ਜ਼ਿਹਨ ਵਿੱਚ ਕਿੱਥੋਂ ਬੈਠੇਗਾ ਉਹ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਹਦੇ ਅੰਦਰ ਹਰੀ ਪ੍ਰਗਟ ਹੈ, ਜਿਹਦੇ ਅੰਦਰ ਪਰਮਾਤਮਾ ਵਸਿਆ ਹੈ, ਉਸ ਜਨ ਨੂੰ ਸਦਾ ਹੀ ਨਮਸਕਾਰਾਂ ਨੇ, ਉਹਦੀ ਸਦਾ ਹੀ ਜੈ ਜੈਕਾਰ ਹੈ। ਮਹਾਰਾਜ ਕਹਿੰਦੇ ਨੇ, ਹਰ ਕਿਰਪਾ ਤੇ ਪਾਈ ਹੈ, ਹਰ ਜਪ ਨਾਨਕ ਨਾਮ ਆਧਾਰਾ। ਪਰਮਾਤਮਾ ਨੂੰ ਪਾਉਣ ਦਾ ਤਰੀਕਾ ਕਹਿੰਦੇ ਉਹਨੂੰ ਜਪਣਾ ਹੀ ਪਵੇਗਾ। ਜਪਦਾ ਉਹ ਹੈ ਜਿਹਦੇ ਤੇ ਪਰਮਾਤਮਾ ਦੀ ਹੀ ਕਿਰਪਾ ਹੋ ਜਾਵੇ। ਵੈਸੇ ਜਪਣਾ ਬੜਾ ਮੁਸ਼ਕਲ ਹੈ, ਮਨ ਲਾਉਣਾ ਬੜਾ ਮੁਸ਼ਕਲ ਹੈ। ਸੋ ਐਸੇ ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਮਹਾਰਾਜ ਹੋਏ ਨੇ। ਇਬਾਦਤ ਬੰਦਗੀ ਸਿਦਕ ਦੀ ਮੂਰਤ ਸਾਨੂੰ ਜੀਵਨ ਕਾਲ ਗੁਰਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਚਰਦੇ ਰਹੇ। ਜੇ ਉਹਨਾਂ ਦੇ ਆਗਾਜ਼ ਬਾਬਤ ਧਿਆਨ ਆਪਾਂ ਦਈਏ, ਚੇਤ ਸੁਧੀ ਇੱਕ
ਸੰਮਤ 1923 ਜਦੋਂ ਉਹਨਾਂ ਮਹਾਂਪੁਰਸ਼ਾਂ ਦਾ ਆਗਾਜ਼ ਹੁੰਦਾ ਹੈ ਪਿੰਡ ਚੀਮਾ, ਜਿੱਥੇ ਉਹ ਮਹਾਂਪੁਰਸ਼ ਰਹੇ ਨੇ, ਜਿੱਥੇ ਉਹਨਾਂ ਦਾ ਆਗਾਜ਼ ਹੋਇਆ ਹੈ। ਭਾਈ ਕਰਮ ਸਿੰਘ ਜੀ ਚੀਮਾ ਉਹ ਪਿਤਾ ਨੇ ਜਿਨ੍ਹਾਂ ਦੀ ਗੋਦ ਵਿੱਚ ਬਾਪੂ ਅਤਰ ਸਿੰਘ ਹੁਣੀ ਖੇਡੇ ਨੇ। ਉਹ ਮਹਾਨ ਬੁਲੰਦ ਹਸਤੀ ਦੇ ਮਾਲਕ ਮਾਤਾ ਭੋਲੀ ਜੀ ਦੀ ਕੁੱਖ ਚੋਂ ਆਗਾਜ਼ ਹੋਇਆ। ਖੈਰ, ਹੁਣ ਜਿਹੜੇ ਇਹ ਮਹਾਂਪੁਰਸ਼ ਨੇ, ਇੱਕ ਭੈਣ ਵੀ ਹੈ ਰਤਨ ਕੌਰ, ਉਹਦਾ ਨਾਮ ਹੈ। ਸੋ ਇਹ ਮਹਾਂਪੁਰਸ਼ਾਂ ਦਾ ਪਰਿਵਾਰ ਹੈ। ਮੈਂ ਪਰਿਵਾਰ ਦਾ ਜ਼ਿਕਰ ਤਾਂ ਕਰਦਾ ਹਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਉਹ ਨਗਰ, ਉਹ ਖੇੜਾ, ਉਹ ਪਰਿਵਾਰ, ਉਹ ਵੰਸ਼, ਉਹ ਕੁੱਲ ਨੂੰ ਧਨ ਕਿਹਾ ਜਿੱਥੇ ਮਹਾਂਪੁਰਸ਼ ਦਾ ਆਉਣਾ ਹੁੰਦਾ ਹੈ, ਆਗਾਜ਼ ਹੁੰਦਾ ਹੈ। ਬਾਣੀ ਦੇ ਪਾਕ ਬੋਲ ਨੇ, ਜਿਹੇ ਕੁੱਲ ਸਾਧ ਵੈਸ਼ਨੂੰ ਹੋਏ, ਵਰਨ ਅਵਰਨ, ਕਹਿੰਦੇ ਉਹਦਾ ਕੋਈ ਵੀ ਵਰਨ ਹੋਵੇ, ਵਰਨ ਅਵਰਨ ਨਹੀਂ ਈਸ਼ਰ ਬਿਮਲ ਬਾਸ ਜਾਨੀਐ ਜਗ ਸੋਏ। ਕਹਿੰਦੇ ਵਰਨ ਕੀ ਹੈ ਉਸਦਾ, ਜਾਤ ਕੀ ਹੈ ਉਸਦੀ, ਚਾਹੇ ਉਹ ਨਿਰਧਨ ਹੈ, ਚਾਹੇ ਉਹ ਸਰਦਨ ਹੈ, ਚਾਹੇ ਨੀਵੀਂ ਜਾਤ ਹੈ, ਚਾਹੇ ਉੱਚੀ ਜਾਤ ਹੈ। ਜਿੱਥੇ ਮਹਾਂਪੁਰਸ਼ ਪ੍ਰਗਟ ਹੋ ਜਾਂਦੇ ਨੇ, ਉਹ ਕੁੱਲ ਦੀ ਜਿਹੜੀ ਸੋਏ ਹੈ, ਵਡਿਆਈ ਹੈ, ਉਹ ਤਿੰਨਾਂ ਲੋਕਾਂ ਵਿੱਚ ਹੋ ਜਾਂਦੀ ਹੈ। ਉਸ ਪਰਿਵਾਰ ਦੀ ਜੈ ਜੈਕਾਰ ਹੋ ਜਾਂਦੀ ਹੈ। ਹੁਣ ਅੱਗੇ ਮਹਾਰਾਜ ਕਹਿੰਦੇ ਨੇ, ਕਹਿੰਦੇ ਇੰਨਾ ਉੱਪਰ ਉੱਠ ਜਾਂਦਾ ਹੈ, ਵਰਨਾ ਵਰਨਾ ਦੀ ਖੇਡ ਤੋਂ ਬਾਹਰ ਹੋ ਜਾਂਦਾ ਹੈ। ਉਹ ਕੋਈ ਬਹੁਤਾ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦਾ ਵੀ ਉਹ ਨਿਰਧਨ ਸੀ ਜਾਂ ਸਰਦਨ ਸੀ, ਗਰੀਬ ਸੀ, ਅਮੀਰ ਸੀ, ਜਾਤ ਉੱਚੀ ਸੀ ਜਾਂ ਨੀਵੀਂ ਸੀ। ਉਹਦਾ ਜਸ ਦੁਨੀਆ ਵਿੱਚ ਸਭ ਨੂੰ ਉੱਚਾ ਹੈ। ਜਿਹੜਾ ਬਾਣੀ ਪੜ੍ਹਦਾ ਹੈ, ਕਹਿੰਦੇ ਧਨ ਸੋ ਗਾਓ, ਧਨ ਸੋ ਠਾਓ, ਧਨ ਪੁਨੀਤ ਕੁਟੰਬ ਸਭ ਲੋਏ। ਕਹਿੰਦੇ ਉਹ ਜਗ੍ਹਾ ਧਨ ਜਿੱਥੇ ਪੈਦਾ ਹੋਇਆ, ਉਹ ਪਾਕ ਜਗ੍ਹਾ ਧਨਤਾ ਦੇ ਜੋਗ ਹੈ। ਜਿਸ ਜਗ੍ਹਾ ਤੇ ਉਸਨੇ ਵਾਸਾ ਕੀਤਾ, ਜਿੱਥੇ ਉਹਨੇ ਚੌਂਕੜਾ ਲਾਇਆ, ਤੇ ਜਿਸ ਪਰਿਵਾਰ ਵਿੱਚ ਪੈਦਾ ਹੋਇਆ, ਉਹ ਕੁਟੰਬ ਵੀ ਧਨਤਾ ਦੇ ਜੋਗ ਹੈ। ਕਿਉਂਕਿ ਇਬਾਦਤ ਹੋਵੇਗੀ, ਬੰਦਗੀ ਹੋਵੇਗੀ ਪਰਿਵਾਰ ਦੀ, ਤੇ ਉਸ ਘਰ ਵਿੱਚ ਮਹਾਂਪੁਰਸ਼ਾਂ ਦਾ ਆਗਾਜ਼ ਹੋਵੇਗਾ। ਇਹ ਗੱਲ ਕਿਹਦੀ ਕਰਦੇ ਨੇ, ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ, ਰਸ ਮਗਨ ਡਾਰੇ ਬਿਖ ਹੋਏ। ਕਹਿੰਦੇ ਸਾਰੇ ਦੁਨਿਆਵੀ ਸੰਸਾਰੀ ਰਸ ਛੱਡ ਦਿੱਤੇ, ਨਿਰੰਕਾਰ ਦੇ ਨਾਮ ਦਾ ਰਸ ਉਸਨੇ ਮਾਣਿਆ। ਜਿਹੜਾ ਵਿਸ਼ਿਆਂ ਵਿਕਾਰਾਂ ਦਾ ਰਸ ਸੀ, ਉਹਦਾ ਤਿਆਗ ਕਰ ਦਿੱਤਾ। ਸੋ ਐਸੇ ਮਹਾਂਪੁਰਸ਼ਾਂ ਦਾ ਪਰਿਵਾਰ ਧਨ, ਕੁਟੰਬ ਧਨ ਹੈ, ਉਹ ਨਗਰ ਖੇੜੇ ਧਨ ਨੇ, ਉਹ ਕੁੱਲ ਧਨ ਨੇ, ਜਿੱਥੇ ਉਹਨਾਂ ਸਤਿਪੁਰਸ਼ਾਂ ਨੇ ਪ੍ਰਗਟ ਹੋਣਾ ਕੀਤਾ, ਆਉਣਾ ਕੀਤਾ ਹੈ। ਹੁਣ 5-6 ਸਾਲਾਂ ਦੀ ਉਮਰ ਹੈ। ਕਹਿੰਦੇ ਲੀਰਾਂ ਇਕੱਠੀਆਂ ਕਰਕੇ ਤੇ ਉਹਦੀ ਮਾਲਾ ਬਣਾ ਲੈਣੀ। ਹੁਣ ਆਮ ਬੱਚੇ ਆਪਾਂ ਵੇਖਦੇ ਹਾਂ, ਗਲੀ ਮੁਹੱਲੇ ਵੱਖੋ ਵੱਖ ਖੇਡਾਂ ਖੇਡਦੇ ਨੇ। ਜਿਹੜੇ ਮਹਾਂਪੁਰਸ਼ ਹੁੰਦੇ ਨੇ, ਉਹਨਾਂ ਦੀ ਚਾਲ ਮੁੱਢ ਤੋਂ ਹੀ ਦੁਨੀਆ ਨਾਲੋਂ ਵੱਖਰੀ ਹੁੰਦੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਹ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਦੁਨੀਆ ਤੋਂ ਵੱਖਰੀ ਚਾਲ। ਇਹ ਨਹੀਂ ਵੀ ਬਾਬਾ ਲੰਗ ਮਾਰਦਾ ਹੈ, ਵੀ ਉਹਦੀ ਲੱਤ 'ਚ ਕੋਈ ਫਰਕ ਹੁੰਦਾ ਤੇ ਤੁਸੀਂ ਸੁਝਾ ਕੇ ਚੱਲਦੇ ਹੋ, ਇੱਦਾਂ ਨਹੀਂ ਹੈ। ਆਪਣਾ ਜੀਵਨ ਸਾਰਾ ਵਿਕਾਰਾਂ ਵਿੱਚ ਚੱਲਦਿਆਂ ਗੁਜ਼ਰ ਜਾਂਦਾ ਹੈ, ਤੇ ਸਾਧੂਆਂ ਦਾ ਜੀਵਨ ਵਿਕਾਰਾਂ ਤੋਂ ਰਹਿਤ ਗੁਜ਼ਰਦਾ ਹੈ। ਉਹਨਾਂ ਦਾ ਚਾਲ ਚਲਨ ਦੁਨੀਆ ਨੂੰ ਵੱਖਰਾ ਹੁੰਦਾ ਹੈ। ਰਹਿਣੀ ਬਹਿਣੀ ਉਹਨਾਂ ਦੀ ਵੱਖਰੀ ਹੁੰਦੀ ਹੈ। ਉਹਨਾਂ ਦੀ ਸ਼ਖਸੀਅਤ ਦੁਨੀਆ ਨਾਲੋਂ ਵੱਖ ਹੋਇਆ ਕਰਦੀ ਹੈ। ਅੱਛਾ, ਛੋਟੇ ਹੁੰਦੇ ਹੀ ਲੀਰਾਂ ਤੋਂ ਮਾਲਾ ਬਣਾ ਲੈਣੀ ਤੇ ਉਹ ਗੁਰੂ ਨਾਨਕ ਨਿਰੰਕਾਰੀ ਦੇ ਨਾਮ ਨੂੰ ਜਪਣਾ, ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਣਾ। ਥੋੜੇ ਜਿਹੇ ਵੱਡੇ ਹੋਏ
ਉੱਥੇ ਇੱਕ ਨਿਰਮਲੇ ਸੰਤਾਂ ਦਾ ਡੇਰਾ ਸੀ, ਬਾਬਾ ਬੂਟਾ ਸਿੰਘ ਉਹਨਾਂ ਦਾ ਨਾਮ ਸੀ, ਮਹਾਂਪੁਰਸ਼ਾਂ ਦਾ। ਉੱਥੋਂ ਗੁਰਮੁਖੀ ਪੜ੍ਹਨੀ ਲਿਖਣੀ ਇਹਨਾਂ ਸਤਿਪੁਰਸ਼ਾਂ ਨੇ ਸਿੱਖੀ ਹੈ। ਉੱਥੋਂ ਜਦੋਂ ਬਾਣੀ ਦੀ ਸੰਥਿਆ ਲਈ, ਗੁਰਾਂ ਦਾ ਹੁਕਮ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਇਹਨੂੰ ਵਿਚਾਰਿਆ ਕਰੋ ਤੇ ਇਹ ਪਰਉਪਕਾਰ ਲਈ ਵਰਤਣੀ ਹੈ, ਅੱਗ ਨਹੀਂ ਬਾਲਣੀ ਵਿਦਵਤਾ ਨਾਲ। ਕਦੇ ਇਹਦੇ ਨਾਲ ਸਿੰਘ ਫਸਾਲੇ, ਕਦੇ ਉਹਦੇ ਨਾਲ ਸਿੰਘ ਫਸਾਲੇ, ਬਾਣੀ ਨੂੰ ਇਤਿਹਾਸ ਨੂੰ ਖੰਡਿਤ ਕਰਨ ਲੱਗ ਪਿਆ। ਨਹੀਂ, ਪਰਉਪਕਾਰ ਲਈ, ਜੋੜਨ ਲਈ। ਆਪ ਜੁੜਿਆ ਹੈ ਗੁਰਾਂ ਦੇ ਚਰਨਾਂ ਨਾਲ, ਹੋਰਾਂ ਨੂੰ ਜੋੜ। ਸੋ ਮਹਾਰਾਜ ਬਾਬਾ ਅਤਰ ਸਿੰਘ ਜੀ ਨੇ ਇਉਂ ਨਿਰਮਲੇ ਮਹਾਂਪੁਰਸ਼ਾਂ ਕੋਲੋਂ ਵਿਦਿਆ ਪ੍ਰਾਪਤ ਕੀਤੀ। ਹੁਣ ਪਿਤਾ ਜੀ ਨਾਲ ਲੈ ਲੈਂਦੇ ਨੇ। ਕੋਈ 12-14 ਵਰ੍ਹਿਆਂ ਦੇ ਹੋਏ, ਖੇਤੀ ਵਿੱਚ ਹੱਥ ਵਡਾਉਣਾ ਪੈਂਦਾ ਹੈ, ਪਰ ਮਨ ਨਹੀਂ ਲੱਗਦਾ। ਝਿੜਕਾਂ ਪੈਣੀਆਂ ਵੀ ਇਹ ਖੇਤੀ 'ਚ ਧਿਆਨ ਨਹੀਂ ਦਿੰਦਾ। ਤੇ ਜਦੋਂ ਕਾਕਾ ਕੱਖ ਨਾ ਕਰੇ ਨਾ, ਫਿਰ ਘਰ ਦੇ ਡੰਗਰ ਚਾਰਨ ਲਾ ਲੈਂਦੇ ਆ। ਗੁਰੂ ਨਾਨਕ ਸਾਹਿਬ ਨੂੰ ਹੀ ਲਾਇਆ ਸੀ। ਇਹਨੂੰ ਕਹਿੰਦੇ 20 ਰੁਪਈਏ ਦਿੱਤੇ, ਇਹ ਉਹ ਵੀ ਉਜਾੜ ਕੇ ਆ ਗਿਆ। ਇਹਨੂੰ ਪਾਂਧੇ ਕੋਲ ਪੜ੍ਹਨ ਘੱਲਿਆ ਤੇ ਪਾਂਧਾ ਕਹਿੰਦਾ ਇਹ ਪੜ੍ਹਨ ਨਹੀਂ ਆਇਆ, ਇਹ ਪੜ੍ਹਾਉਣ ਆਇਆ ਹੈ ਦੁਨੀਆ ਨੂੰ। ਤਾਂ ਹੀ ਤੇ ਕਹਿੰਦੇ ਆ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਉਹ ਪਿਤਾ ਨੇ ਵੇਖਿਆ ਇਹ ਪੜ੍ਹਦਾ ਨਹੀਂ, ਇਹ ਕਾਰੋਬਾਰ ਕੋਈ ਨਹੀਂ ਕਰਦਾ। ਕਹਿੰਦਾ ਚਲੋ ਡੰਗਰ ਚਾਰਿਆ ਕਰੋ। ਹੁਣ ਇਹ ਪਿੰਡਾਂ 'ਚ ਇਦਾਂ ਹੀ ਹੁੰਦਾ ਹੈ, ਜਿਹੜਾ ਕਾਕਾ ਕੁਝ ਨਾ ਕਰੇ ਉਹਨੂੰ ਆਂਦੇ ਡੰਗਰ ਚਾਰੋ। ਬਾਬਾ ਅਤਰ ਸਿੰਘ ਨੂੰ ਡੰਗਰ ਚਾਰਨ ਲਾ ਦਿੱਤਾ ਪਿਤਾ ਨੇ। ਡੰਗਰ ਖੁਦਾ ਦੇ ਆਸਰੇ ਚਰਦੇ ਰਹਿੰਦੇ ਨੇ ਤੇ ਆਪ ਇਕਾਂਤ ਵਿੱਚ ਬਹਿ ਕੇ ਭਜਨ ਕਰਦੇ ਨੇ, ਬੰਦਗੀ ਕਰਦੇ ਨੇ, ਇਬਾਦਤ ਕਰਦੇ ਨੇ। ਉੱਥੇ ਕਹਿੰਦੇ ਲੇਟੇ ਹੋਏ ਸਨ। ਇੱਕ ਚਤੁਰ ਬਖਤਾ, ਜੋਤਿਸ਼ ਵਿਦਿਆ ਦਾ ਗਿਆਨੀ, ਉਹਨੇ ਵੇਖਿਆ ਵੀ ਇਹ ਬਾਲਕ ਲੇਟਿਆ, ਦੁਪਹਿਰ ਕੱਟਣ ਲਈ ਉਹ ਵੀ ਕੋਲ ਟਿਕ ਗਿਆ। ਹੁਣ ਜੋਤਿਸ਼ ਵਿਦਿਆ ਵਿੱਚ ਜੋ ਮਾਹਰ ਹੈ ਉਹ ਧਿਆਨ ਜ਼ਿਆਦਾ ਰੇਖਾਵਾਂ ਵੱਲ ਦੇਵੇਗਾ। ਮਸਤਕ ਪੜ੍ਹੇਗਾ, ਹਸਤ ਪੜ੍ਹੇਗਾ, ਚਰਨ ਪੜ੍ਹੇਗਾ। ਉਹਨੇ ਚਰਨਾਂ ਵੱਲ ਨਜ਼ਰ ਦੌੜਾਈ ਤੇ ਉਹ ਇੱਕ ਬਚਨ ਕਰਦਾ ਹੈ, ਕਹਿੰਦਾ ਇਹਨਾਂ ਦੇ ਚਰਨਾਂ ਵਿੱਚ ਪਦਮ ਰੇਖਾ ਹੈ। ਸਮੁਦਰਿਕ ਅਨੁਸਾਰ ਹੱਥ ਦੀ ਤਲੀ ਤੇ ਜਾਂ ਪੈਰਾਂ ਦੇ ਉੱਤੇ ਇੱਕ ਰੇਖਾ ਹੁੰਦੀ ਹੈ ਜੋ ਦੇਖਣ ਵਿੱਚ ਕਮਲ ਦੇ ਫੁੱਲ ਦੀ ਨਿਆਈ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਨੇ ਇਸ ਰੇਖਾ ਬਾਬਤ ਕਾਫੀ ਕੁਝ ਮਨੁੱਖਤਾ ਦੇ ਨਾਲ ਸਾਂਝਾ ਕੀਤਾ ਹੈ। ਕਈ ਕਹਿ ਦਿੰਦੇ ਨਾ ਐਵੇਂ ਵਾਧੂ ਦੀਆਂ ਗੱਲਾਂ ਨੇ, ਪਦਮ ਰੇਖਾ ਨਹੀਂ ਹੁੰਦੀ। ਮਹਾਂਪੁਰਸ਼ਾਂ ਦੇ ਬੜੇ ਕਰੋੜਾਂ ਚੋਂ ਵਿਰਲੇ ਕੋਈ ਹੋਣਗੇ। ਅਵਤਾਰਾਂ ਦੇ ਤੇ ਹੁੰਦੀ ਹੈ, ਗੁਰੂ ਪੀਰਾਂ ਦੇ ਤੇ ਹੁੰਦੀ ਹੈ, ਕਰੋੜਾਂ ਚੋਂ ਕਿਸੇ ਵਿਰਲੇ ਮਹਾਂਪੁਰਸ਼ ਦੇ ਵੀ ਹੁੰਦੀ ਹੈ ਇਹ ਰੇਖਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੱਜੇ ਹੱਥ ਵਿੱਚ ਗੁਰੂ ਅਮਰਦਾਸ ਦੇ ਇਹ ਰੇਖਾ ਹੈ। ਬਾਰਿਜ ਕਰ ਦਾਹਿਣੇ ਸਿੱਧ ਸਨਮੁਖ ਮੁਖ ਜੋਵੈ, ਰਿੱਧ ਬਸੈ ਬਾਵਾਂਗ ਜੋ ਤੀਨ ਲੋਕੰਤਰ ਮੋਹੈ। ਬਾਰਿਜ ਕਰ ਦਾਹਿਣੇ, ਦਾਹਿਣੇ ਹੱਥ ਤੇ ਬਾਰਿਜ ਹੈ, ਪਦਮ ਰੇਖਾ ਹੈ, ਜਿਹਦੇ ਕਾਰਨ ਰਿੱਧੀਆਂ ਸਿੱਧੀਆਂ ਬਾਪੂ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਹੁਕਮ ਪ੍ਰਾਪਤ ਕਰਨ ਲਈ ਖਲੋਤੀਆਂ ਰਹਿੰਦੀਆਂ ਨੇ ਵੀ ਕਿਹਦੇ ਘਰ ਵਸਣਾ ਹੈ। ਮੇਰਾ ਹਾਥ ਪਦਮ ਆਗਨ ਸੁਖ ਬਾਸਨਾ। ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਵੀ ਮੇਰੇ ਹੱਥ ਵਿੱਚ ਪਦਮ ਦੀ ਰੇਖਾ ਹੈ ਔਰ ਹਿਰਦੇ ਦੇ ਵਿੱਚ ਉਹ ਪਾਕ ਪਵਿੱਤਰ ਪਰਮਾਤਮਾ ਦੇ ਨਾਮ ਦੀ ਸੁਗੰਧੀ ਫੈਲੀ ਹੋਈ ਹੈ। ਅੱਛਾ, ਭਾਈ ਗੁਰਦਾਸ ਨੇ ਵੀ ਪਦਮ ਦਾ ਜ਼ਿਕਰ ਕੀਤਾ ਹੈ। ਕਹਿੰਦੇ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਪਦਮ ਸੀ। ਜਦੋਂ ਜੰਗਲ ਵਿੱਚ ਲੇਟੇ ਨੇ ਨਾ, ਜਾਏ ਸੁੱਤਾ ਪ੍ਰਭਾਸ ਵਿੱਚ, ਗੋਡੇ ਉੱਤੇ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਲਕੇ ਵਾਂਗਰ ਤਾਰੇ। ਸੋ ਮਹਾਂਪੁਰਸ਼ਾਂ ਦੇ ਅਵਤਾਰਾਂ ਦੇ ਗੁਰੂ ਪੀਰਾਂ ਦੇ ਪਦਮ ਹੁੰਦਾ ਹੈ। ਖੈਰ
ਉਹ ਪੰਡਤ ਨੇ ਵੇਖਿਆ ਤੇ ਉਹ ਸਹਿ ਸੁਭਾਅ ਕਹਿੰਦਾ ਵੀ ਇਹ ਲੜਕਾ ਬੜਾ ਪ੍ਰਤਾਪੀ ਹੋਵੇਗਾ, ਰਾਜੇ ਮਹਾਰਾਜੇ ਦੇ ਅੱਗੇ ਝੁਕਣਗੇ। ਦੇਖੋ ਮਹਾਂਪੁਰਸ਼ਾਂ ਦਾ ਪ੍ਰਤਾਪ ਤੇ ਇਹ ਹੁੰਦਾ। ਪ੍ਰਤਾਪ ਕੀ ਹੁੰਦਾ ਹੈ? ਉਗਰ ਤੇਜ, ਬੜਾ ਪ੍ਰਭਾਵ, ਇਕਬਾਲ, ਸ਼ਕਤੀ, ਅਜ਼ਮਤ, ਦੁਨੀਆ ਜੈ ਜੈਕਾਰ ਕਰਦੀ ਹੈ। ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਗੁਰੂ ਗ੍ਰੰਥ ਸਾਹਿਬ ਕਹਿੰਦੇ ਮਨੁੱਖਤਾ ਨਾਲੋਂ ਬ੍ਰਹਮ ਵੇਤਿਆਂ ਦਾ ਪ੍ਰਤਾਪ ਕਈ ਗੁਣਾ ਵੱਧ ਹੁੰਦਾ ਹੈ। ਗਲੋਰੀਅਸ, ਗ੍ਰੇਟਨੈਸ, ਬਹੁਤ ਮਹਾਨ ਕੀਰਤੀ ਹੁੰਦੀ ਹੈ ਮਹਾਂਪੁਰਸ਼ਾਂ ਦੀ। ਹੁਣ ਇੱਕ ਜਗ੍ਹਾ ਹੋਰ ਆਉਂਦਾ ਹੈ, ਪ੍ਰਗਟ ਭਇਆ ਜਨ ਕਾ ਪ੍ਰਤਾਪ। ਪਰਮਾਤਮਾ ਗੁਰੂ ਪੀਰ ਦੀ ਕਿਰਪਾ ਨਾਲ ਪ੍ਰਤਾਪ ਪ੍ਰਗਟ ਹੁੰਦਾ ਹੈ। ਗੁਰਪੂਰੇ ਰਾਖਿਆ ਦੇ ਹਾਥ, ਗੁਰੂ ਦੀ ਕਿਰਪਾ ਨਾਲ ਮਹਾਂਪੁਰਸ਼ਾਂ ਦਾ ਪ੍ਰਤਾਪ ਵੱਧ ਜਾਂਦਾ ਹੈ। ਇੱਕ ਬਖਤਾਵਰ ਸਿੰਘ ਸੱਜਣ ਸੀ, ਯਾਰ ਸੀ ਬਾਬਾ ਅਤਰ ਸਿੰਘ ਦਾ, ਤੇ ਉਹ ਨਾਲ ਹੀ ਡੰਗਰ ਚਾਰਨ ਜਾਂਦਾ ਸੀ। ਉਹਨੇ ਜਦੋਂ ਪੰਡਤ ਦੀ ਇਹ ਗੱਲ ਸੁਣੀ ਨਾ, ਇਹਨੂੰ ਰਾਜੇ ਮਹਾਰਾਜੇ ਸਜਦੇ ਕਰਿਆ ਕਰਨਗੇ, ਕਹਿੰਦਾ ਅਤਰ ਸਿਆਂ ਯਾਰ ਸੀ ਨਾ, ਫਿਰ ਬੋਲੇਗਾ ਤੇ ਇਦਾਂ ਹੀ। ਇਹ ਬਨਾਵਟ ਯਾਰਾਂ 'ਚ ਨਹੀਂ ਹੁੰਦੀ। ਆਓ ਜੀ ਮਹਾਰਾਜ ਜੀ, ਬੈਠੋ ਜੀ ਤੇ ਉੱਠੋ ਜੀ, ਯਾਰਾਂ 'ਚ ਨਹੀਂ ਹੁੰਦੀ। ਇੱਥੇ ਸਿੱਧੀਆਂ ਗੱਲਾਂ ਚੱਲਦੀਆਂ ਨੇ। ਨਾਮਾ ਕਹੇ ਤੇ ਲੋਚਨਾ, ਸਿੱਧਾ ਨਾਮ ਲੈਂਦੇ ਨੇ ਇੱਕ ਦੂਜੇ ਦਾ। ਮੁਖਤੇ ਰਾਮ ਸੁਮਾਲ। ਯਾਰ ਆਪਸ 'ਚ ਇਦਾਂ ਗੱਲ ਕਰ ਸਕਦੇ ਨੇ, ਆਪਣੇ ਵੱਡੇ ਵਡੇਰੇ ਨੇ, ਆਪਾਂ ਤਾਂ ਅਦਬ ਨਾਲ ਗੱਲ ਕਰਦੇ ਹਾਂ। ਉਹ ਕਹਿੰਦੇ ਅਤਰ ਸਿਆ, ਤੈਨੂੰ ਤੇ ਰਾਜੇ ਮਹਾਰਾਜਿਆਂ ਨੇ ਮੱਥਾ ਟੇਕਿਆ ਕਰਨਾ, ਵੇਖੀ ਕਿਤੇ ਗਰੀਬਾਂ ਨੂੰ ਨਾ ਭੁੱਲ ਜਾਈ। ਕਹਿੰਦਾ ਯਾਰ ਨੂੰ ਨਾ ਕਿਤੇ ਭੁੱਲ ਜਾਈ। ਤੇ ਬਾਬਾ ਅਤਰ ਸਿੰਘ ਖਿੜਖਿੜਾ ਕੇ ਹੱਸ ਪਏ। ਖੈਰ, ਉਹਨਾਂ ਦੇ ਜੀਵਨ ਵਿੱਚ ਐਸੇ ਬੜੇ ਕੌਤਕ ਨੇ। ਮਹਾਂਪੁਰਸ਼ਾਂ ਦੀ ਇੱਕ ਭੈਣ ਸੀ ਰਤਨ ਕੌਰ, ਉਹ ਪਿੰਡ ਜਵਾਰ ਕੀ ਵਿਆਹੀ ਹੋਈ ਸੀ। ਹੁਣ ਚੀਮੇ ਪਿੰਡ ਕਾਲ ਪੈ ਗਿਆ, ਵਰਖਾ ਨਾ ਹੋਈ, ਹਰਿਆਵਲ ਨਾ ਹੋਈ, ਤੇ ਉਹ ਡੰਗਰ ਲੈ ਕੇ ਬਾਬਾ ਅਤਰ ਸਿੰਘ ਜਵਾਹਰ ਕੀ ਚਲੇ ਗਏ। ਕਹਿੰਦੇ ਤਕਰੀਬਨ 1 ਸਾਲ ਉੱਥੇ ਰਹੇ ਨੇ। ਭਾਈ ਬੱਗਾ ਸਿੰਘ ਦਾ ਪਰਿਵਾਰ ਸੀ, ਜਿਨ੍ਹਾਂ ਦੇ ਨਾਲ ਬੀਬੀ ਇਹ ਰਤਨ ਕੌਰ ਵਿਆਹੀ ਹੋਈ ਸੀ। ਉੱਥੇ ਕੁਝ ਸਮਾਂ ਰਹੇ। ਸੁਭਾਅ ਉੱਥੇ ਵੀ ਐਸਾ ਹੀ ਹੈ, ਡੰਗਰ ਚਰਦੇ ਰਹਿੰਦੇ ਨੇ, ਪ੍ਰਮਾਤਮਾ ਦੇ ਗੀਤ ਗਾਉਂਦੇ ਰਹਿੰਦੇ ਨੇ। ਹੁਣ ਡੰਗਰ ਚਾਰਦਿਆਂ ਕਈ ਵਾਰ ਘਰ ਉਲਾਮਾ ਆ ਜਾਣਾ, ਤੇ ਕਈਆਂ ਨੇ ਜਸ ਵੀ ਕਰਨਾ ਵੀ ਰੱਬ ਦੇ ਗੀਤ ਗਾਉਂਦਾ ਹੈ, ਭਗਤ ਹੈ। ਕਈਆਂ ਉਲਾਮਾ ਵੀ ਦੇਣਾ ਵੀ ਡੰਗਰ ਵਾਰਾ ਫਿਰਦੇ ਰਹਿੰਦੇ ਨੇ, ਸਾਡੀਆਂ ਫਸਲਾਂ ਖਾ ਜਾਂਦੇ ਨੇ। ਦੋਵੇਂ ਪੱਖ ਸਨ ਦੁਨੀਆ ਦੇ ਵਿੱਚ, ਕੁਝ ਉਲਾਮਾ ਦੇਣ ਵਾਲੇ, ਕੁਝ ਵਡਿਆਈ ਕਰਨ ਵਾਲੇ। ਤੇ ਪਿਤਾ ਨੇ ਝਿੜਕਣਾ ਵੀ ਤੂੰ ਕਿਸੇ ਕਰਮ ਵਿੱਚ ਵੀ ਕਾਮਯਾਬ ਨਹੀਂ ਹੈ। ਤੇ ਮਾਂ ਨੇ ਕਈ ਵਾਰ ਆਖਣਾ, ਪੁੱਤਰਾ ਤਕੜਾ ਹੋ ਕੇ ਕਰਮ ਕਰਿਆ ਕਰ, ਕਿਰਤ ਕਰਿਆ ਕਰ। ਪਿਤਾ ਤੇਰਾ ਝੂਰਦਾ ਰਹਿੰਦਾ ਹੈ, ਫਿਕਰ ਕਰਦਾ ਹੈ ਵੀ ਜੇ ਮੈਂ ਨਾ ਰਿਹਾ ਤੇ ਇਹਦਾ ਕੀ ਬਣੇਗਾ। ਹੁਣ ਇਕਾਂਤ ਚਾਹੁੰਦੇ ਨੇ ਤਪੱਸਿਆ ਕਰਨ ਲਈ। ਕਿਸੇ ਨੇ ਰਾਇ ਦਿੱਤੀ ਵੀ ਫੌਜ ਦੀ ਨੌਕਰੀ ਕਰ ਲਾ, ਉੱਥੇ ਨਹੀਂ ਕੋਈ ਪੁੱਛਣ ਗਿੱਛਣ ਵਾਲਾ, ਉੱਥੇ ਡਿਊਟੀ ਤੇ ਬੈਠਾ ਰੱਬ ਰੱਬ ਕਰੀ ਜਾਇਆ ਕਰੀ। ਤੇ ਪਿੰਡ ਚੋਂ ਕਾਫੀ ਲੋਕ ਭਰਤੀ ਹੋ ਰਹੇ ਸਨ। ਤੇ ਮਾਤਾ ਨੂੰ ਕਹਿੰਦੇ, ਬੜੇ ਸੋਹਣੇ ਜਵਾਨ ਸਨ, 6 ਫੁੱਟ ਕੱਦ ਸੀ, ਸੁੰਦਰ ਸਰੂਪ ਸੀ, ਫਿਰ ਬਾਣੀ ਦਾ ਵੀ ਨੂਰ ਹੈ। ਮਾਂ ਮੈਂ ਫੌਜ ਦੀ ਨੌਕਰੀ ਕਰਨੀ ਹੈ। ਮਾਂ ਨੇ ਝਿੜਕਿਆ, ਬਥੇਰਾ ਲਵੇਰਾ ਹੈ, ਬਥੇਰਾ ਕੁਝ ਖਾਣ ਪੀਣ ਨੂੰ ਹੈ, ਚੰਗੀ ਭਲੀ ਤੁਹਾਡੇ ਪਿਤਾ ਖੇਤੀ ਕਰਦੇ ਨੇ, ਅਨਾਜ ਖੁੱਲਾ ਹੈ ਖਾਣ ਨੂੰ, ਘਿਓ ਦੁੱਧ ਵਾਧੂ ਹੈ, ਨੌਕਰੀ ਕਾਹਦੇ ਲਈ ਕਰਨੀ ਹੈ। ਕਹਿੰਦੇ ਮਾਂ ਮੈਂ ਵੱਡਾ ਅਹੁਦਾ ਪ੍ਰਾਪਤ ਕਰਨਾ ਹੈ ਕੋਈ, ਤੇ ਮੈਨੂੰ ਤੂੰ ਜਾਣ ਦੇ, ਮੈਨੂੰ ਨੌਕਰੀ ਕਰਨ ਦੇ। ਸੋਚਦੇ ਸਨ ਵੀ ਪਿਤਾ ਰੋਜ਼ ਝਿੜਕਾਂ ਦਿੰਦੇ ਨੇ, ਉੱਥੇ ਨੌਕਰੀ ਤੇ ਬੈਠ ਕੇ ਭਜਨ ਸਿਮਰਨ ਕਰਿਆ ਕਰਾਂਗੇ। ਖੈਰ ਭਰਤੀ ਵੇਖੀ, ਸਮਾਂ ਆਇਆ, ਨੌਕਰ ਹੋ ਗਏ। ਕੋਹਾਟ ਛਾਵਣੀ ਤੋਪਖਾਨੇ ਵਿੱਚ ਇਹਨਾਂ ਦੀ ਡਿਊਟੀ ਲੱਗੀ ਹੈ। 1940 ਬਿਕਰਮੀ ਵਿੱਚ ਧਰਮਕੋਟੇ ਭਰਤੀ ਹੋਏ ਨੇ। ਖੈਰ ਡਿਊਟੀ ਲੱਗ ਗਈ। ਗੁਰਾਂ ਦਾ ਵੀ ਸਾਨੂੰ ਹੁਕਮ ਹੈ, ਕਿਰਤ ਕਰੋ, ਕਮਾਈ ਕਰੋ, ਫਿਰ ਦਸਵੰਧ ਕੱਢੋ, ਘਾਲ ਖਾਏ
किश हथों दे नानक राह पछाणै से। किरत करो, रज पुज के छगो छकाओ, तो ये वेखो भी आसे पासे कोई भुखा ना रवे। वो दसवंध कढ़ के किसे दियां भुखियां आंदरां नूं रजा दिओ। ये लंगर दी प्रथा सानू बख्शी। खैर, दीन दुनिया दे मालक उस अकाल पुरख दी याद विच अपनी नौकरी ते जाके भी बैठे रहिंदे ने। हुण तोपखाने दे विच कर्म करना पैंदा सी, उत्थे भी मन ना लगा। सोचते सन भी काम कार घट पवेगा ते बैठ के इबादत करांगा, पर उत्थे भी भज दौड़ काफ़ी रही। ते मन विच ख्याल आया भी ये नौकरी छड्ड देनी चाहिदी है ते गुरु गोबिंद सिंह दे दर दे नौकर हो जाना चाहिदा है। ये विचार मन दे विच चलदा ही रहना। देखो, अंग्रेज़ां ने पंजाब लिया सी जित, तकरीबन 1860 के करीब ला लो खालसा राज खत्म हो चुकिया सी। कोई निक्का मोटा पौधा रह भी गया होवे ते वो भी गदारां दी गदारी करके पुट्टिया जा चुकिया सी। डोगरे सन, संधे वालिए सन, इन्हां दी मिली भुगत नाल खालसा राज जांदा रहा। कुछ समा सिखां दी भर्ती बंद रही, फिर पिछों भर्ती चल भी पई सी। हुण एक गल वल खास ध्यान दिता जांदा सी फौज दे विच। अंग्रेज जाणदे सन भी जिहड़ा अमरधारी सिंह है ना, वो गुरु दे हुक्म विच चलण वाला कदे भी किसे नूं धोखा नहीं दिंदा, देश कौम दी सेवा करदा है, किसे नूं पिठ नहीं दिखाउंदा। सो फौजी पलटना दे विच अमृत संचार कराउंदे ही रहिंदे सन भी जिन्ने सिख ने वो सिंह सज्जण ते नौकरी इत्थे कर सकदे ने। जिहड़ा परपक्क नहीं है सिੱਖੀ दे विच उहनूं नौकरी तो भजा दिंदे सन लोग, क्योंकि जिहड़ा गुरु प्रति वफादार नहीं होर वो किसे दी की वफादारी करेगा। अमृत संचार हुंदा रहिंदा सी। बड़े मशहूर कथावाचक सन अमृतसर दे ज्ञानी ठाकुर सिंह। वो प्रचार करते सन, उन्हां पंजां प्यारियां विच शामिल होके अमृत संचार किया। बाबा अतर सिंह जी हुणां ने अमृत छकिया फौज दे विच। 5 ककारी होए ने। कोहाट छावनी च ही अमृत संचार होया सी। वेखो, सानू गुरां दा हुक्म है, गुर के भाणे विच अमृत है, गुरु दे हुक्म दे विच अमृत है। ये गुरु दी मर्जी है। चाहे तुहानू 5 बाणियां तो तैयार होया अमृत छका देवे ते चाहे वो 9 जामे तुहानू अमृत चरना दा छकाउंदा रवे, गुरु नानक तो गुरु तेग बहादुर साहिब तक, ते चाहे वो बाणी दा अमृत छकावे। ये गुरु दे हुक्म विच अमृत है। गुर के भाणे विच अमृत है, सहजे पावै कोय। बाबा जी ने अमृत छक लिया। हुण उत्थे कहंदे तड़के 2 बजे उठदे ने, भजन बंदगी करते ने, अपनी ड्यूटी करते ने। तो उत्थे छाउणी च जिहड़ा गुरद्वारा है, एवें नहीं बाबा अतर सिंह कोई बन जाता। घालना वेखिओ उन्हां दे जीवन दी। वो छाउणी विचले गुरद्वारे झाड़ू देना, दरियां झाड़नियां, ते उत्थे जिहड़े ग्रंथी सिंह ने उन्हां दा प्रशादा हत्थीं तैयार करना। अपनी ड्यूटी तो वख ये ड्यूटी गुरु दे दर लई निभाउणी, ते दुपहरे विद्या पढ़नी। इदां जीवन लंघ रहा सी। सारी दिहाड़ी सेवा, ते सेवा दी जिहड़ी कीर्ति है ना, जस है। महाराज कहंदे ने, आप मुक्त संगी तरे कुल कुटुंब उधारे, सफल सेवा गुरुदेव की निर्मल दरबारे। कहंदे सेवा करन वाला आप भी मुक्त हो जाता है, उहदा परिवार भी मुक्त हो जाता है, उहदे संगी साथी भी निजात हासिल कर लेंदे ने। सेवा दी ऐसी महानता है।
ਤਾਂ ਹੀ ਤੁਸੀਂ ਵੇਖੋਗੇ ਸਾਧੂ ਸੰਤ ਪ੍ਰਚਾਰਕ ਇਹੀ ਬੇਨਤੀ ਕਰਦੇ ਹੁੰਦੇ ਨੇ, ਭਾਈ ਗੁਰੂ ਘਰ ਆ ਕੇ ਸੇਵਾ ਕਰਿਆ ਕਰੋ, ਹੱਥੀਂ ਕਾਰ ਕਮਾਇਆ ਕਰੋ, ਦਸਵੰਧ ਕੱਢਿਆ ਕਰੋ, ਲੰਗਰਾਂ ਵਿੱਚ ਸੇਵਾ ਪਾਇਆ ਕਰੋ, ਗੁਰੂ ਘਰ ਦੀਆਂ ਇਮਾਰਤਾਂ ਵਿੱਚ ਹਿੱਸਾ ਪਾਇਆ ਕਰੋ। ਕਹਿੰਦੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ। ਗੁਰੂ ਦੇ ਦਰ ਤੇ ਜੈਸੀ ਵੀ ਸੇਵਾ ਕਰੋ ਉਹ ਸਫਲ ਹੈ, ਅਜਾਈ ਨਹੀਂ ਜਾਂਦੀ। ਖੈਰੇ ਉਹਨਾਂ ਦਾ ਰੋਜ਼ ਦਾ ਨੇਮ ਸੀ, ਪਲਟਨ ਵਿੱਚ ਤੜਕੇ ਉੱਠਣਾ, ਇਬਾਦਤ ਕਰਨੀ, ਬੰਦਗੀ ਕਰਨੀ। ਕਈ ਤਾਂ ਹੁਣ ਕਹਿ ਦਿੰਦੇ ਵੀ ਅੰਮ੍ਰਿਤ ਵੇਲੇ ਦੀ ਲੋੜ ਹੀ ਨਹੀਂ। ਇਹ ਉਹੀ ਆਖੇਗਾ ਜਿਹਨੂੰ ਔਖਾ ਲੱਗਦਾ ਹੈ ਕਰਮ। ਇਹ ਹੱਥ ਨਾ ਪਹੁੰਚੇ ਥੂ ਕੌੜੀ ਵਾਲੀ ਗੱਲ ਹੈ। ਫਰੀਦ ਜੀ ਇੱਕ ਕੱਟੜ 5 ਵਕਤ ਦੇ ਨਮਾਜ਼ੀ ਨੇ, ਆਪਣੇ ਧਰਮ ਵਿੱਚ ਪਰਪੱਕ ਮੁਸਲਮਾਨ ਨੇ। ਕਹਿੰਦੇ ਉੱਠ ਫਰੀਦਾ ਉੱਜੂ ਸਾਜ ਸੁਬਹ ਨਿਵਾਜ, ਗੁਜ਼ਾਰ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਉੱਜੂ ਦਾ ਮਤਲਬ ਹੈ 5 ਇਸ਼ਨਾਨਾ ਕਰਨਾ। ਫਰੀਦ ਜੀ ਕਹਿੰਦੇ ਉੱਠ ਨਮਾਜ਼ ਪੜ੍ਹ, ਸੁਬਹ ਦੀ ਨਮਾਜ਼ ਪੜ੍ਹਨ ਦਾ ਵਕਤ ਹੈ, ਜਾਈ ਨਾ ਚਲਿਆ ਜਾਵੇ ਸਮਾਂ। ਹੁਣ ਜੇ ਕੋਈ ਆਖੇ ਫਰੀਦ ਜੀ ਸਵੇਰ ਵਾਲੀ ਛੱਡੋ, ਬਾਕੀ 4 ਨਮਾਜ਼ਾਂ ਪੜ੍ਹ ਲਿਓ, ਉਹਨਾਂ ਨਾਲ ਰੱਬ ਨਾ ਖੁਸ਼ ਹੋਊਗਾ। ਰੱਬ ਖੁਸ਼ ਹੁੰਦਾ ਹੈ ਮਰਿਆਦਾ ਵਿੱਚ ਰਿਹਾ, ਹੁਕਮ ਵਿੱਚ ਰਿਹਾ। ਜਦੋਂ ਉਹਨਾਂ ਦੇ ਮੁਰਸ਼ਦ ਦਾ ਹੁਕਮ ਹੀ 5 ਨਮਾਜ਼ਾਂ ਦਾ ਹੈ ਤੇ ਉਹ 5 ਹੀ ਪੜ੍ਹਨਗੇ। ਸਾਡੇ ਗੁਰੂ ਦਾ ਹੁਕਮ ਹੈ ਅੰਮ੍ਰਿਤ ਵੇਲੇ ਉੱਠ ਕੇ 5 ਬਾਣੀਆਂ ਪੜ੍ਹਨੀਆਂ, ਜਪ ਜਾਪ ਸਵਈਏ ਚੌਪੀ ਆਨੰਦ। ਸੰਧਿਆ ਵੇਲੇ ਰਹਿ ਰਾਸ ਆਰਤੀ ਆਰਤਾ ਕੀਰਤਨ ਸੋਹਿਲਾ। ਹੁਣ ਜੇ ਘਟਾਉਣੀਆਂ ਨੇ ਨਾ, ਵੀ ਮੈਂ 4 ਪੜ੍ਹ ਲਵਾਂ, 3 ਪੜ੍ਹ ਲਵਾਂ, 2 ਪੜ੍ਹ ਲਵਾਂ, ਪ੍ਰਾਪਤੀ ਵੀ ਉਨੀ ਘਟ ਜਾਵੇਗੀ। ਦੇਖੋ ਇਹ ਤੇ ਤੇਰੇ ਨੰਬਰਾਂ ਦੇ ਹਿਸਾਬ ਨਾਲ ਹੀ ਤੈਨੂੰ ਇਨਾਮ ਮਿਲਣਾ ਹੈ। ਜਿੰਨੀ ਪਰਸੈਂਟੇਜ ਵਧਾ ਲਵੇਂਗਾ ਉਨੇ ਸਰੋਪੇ ਮਹਾਨ ਹੋ ਜਾਣਗੇ। ਪਰ ਸਾਡੀ ਆਦਤ ਹੈ ਸ਼ਾਰਟਕਟ ਲੱਭਣ ਲੱਗ ਪੈਂਦੇ ਆ ਵੀ ਥੋੜੇ ਨਾ ਬਹੁਤਾ ਮਿਲ ਜਾਵੇ। ਇਦਾਂ ਨਹੀਂ ਕੁਝ ਵੀ ਹੁੰਦਾ। ਮੁਸ਼ੱਕਤ ਘਾਲਣੀ ਪੈਂਦੀ ਹੈ, ਚੌਂਕੜੇ ਲਾਉਣੇ ਪੈਂਦੇ ਨੇ ਜੇ ਜਸ ਖੱਟਣਾ ਹੈ ਤੇ ਜੇ ਸੰਤ ਵਾਲੀ ਮਹਾਨ ਉਪਾਧੀ ਨੂੰ ਹਾਸਲ ਕਰਨਾ ਹੈ। ਫਰੀਦ ਜੀ ਕਹਿੰਦੇ ਜਿਹੜਾ ਸੁਬਾਹ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਸਿਰ ਸਾਈਂ ਦੇ ਅੱਗੇ ਨਹੀਂ ਝੁਕਦਾ, ਉਹ ਵੱਢ ਕੇ ਸੁੱਟ ਦਿਓ। ਉਹ ਸਿਰ ਦਾ ਕੋਈ ਬਹੁਤਾ ਫਾਇਦਾ ਨਹੀਂ ਹੈ, ਦੁਨੀਆ ਤੇ ਪੈਦਾ ਹੋਣ ਦਾ ਕੋਈ ਲਾਹਾ ਨਹੀਂ ਹੈ, ਜਿਉਣ ਦਾ ਉਹਨੂੰ ਕੋਈ ਲਾਭ ਨਹੀਂ ਹੈ, ਅਜਾਈ ਜਾ ਰਿਹਾ। ਵੇਖੋ ਸੂਫੀ ਸੰਤ ਨੇ ਉਹ ਬੜੇ ਠੰਡੇ, ਏਡੇ ਠੰਡੇ ਵੀ ਬੰਦਗੀ ਵਿੱਚ ਬੈਠੇ ਤੇ ਕਾਂ ਚੁੰਝਾਂ ਮਾਰ ਕੇ ਮਾਸ ਨੋਚਣ, ਕਿਉਂਕਿ ਸਹਿਜ ਦੀ ਅਵਸਥਾ ਸੀ, ਇਕਾਗਰਤਾ ਐਸੀ, ਕਊਏ ਨੂੰ ਜਾਪੇ ਵੀ ਇਹ ਕੋਈ ਮੁਰਦਾ ਹੈ। ਹੁਣ ਸਾਡੇ ਵਰਗਾ ਚੌਂਕੜਾ ਨਹੀਂ, ਆਪਾਂ ਚੌਂਕੜਾ ਲਾਇਆ ਹੋਵੇ 35-40 ਹਜ਼ਾਰ ਪਾਸਾ ਪਲਟਦੇ ਤੇ ਕਾਂ ਨੇ ਨੇੜੇ ਕਿੱਥੋਂ ਆਉਣਾ। ਇਹ ਕਊਆ ਕੋਈ ਪੰਛੀ ਉੱਥੇ ਹੀ ਟਿਕਣ ਦੀ ਕੋਸ਼ਿਸ਼ ਕਰੇਗਾ ਜਿੱਥੇ ਜੜ ਹੈ। ਥੋੜੇ ਜੇ ਤੁਸੀਂ ਚੇਤਨ ਹੋ ਤੇ ਪੰਛੀ ਉੱਡ ਜਾਂਦੇ ਨੇ। ਕਿੰਨੀ ਇਕਾਗਰਤਾ ਹੋਵੇਗੀ ਵੀ ਕਊਏ ਨੂੰ ਭੁਲੇਖਾ ਪੈਂਦਾ ਹੈ ਵੀ ਮੋਇਆ ਪਿਆ ਹੈ, ਮੁਰਦਾ ਹੈ, ਚੁੰਝਾਂ ਮਾਰ ਮਾਰ ਮਾਸ ਨੋਚੇ। ਏਡਾ ਠੰਡਾ ਸਾਧ ਸੀ ਉਹ। ਸਹਿ ਸੁਭਾ ਕਹਿੰਦੇ ਵੀ ਠੀਕ ਹੈ ਤੂੰ ਮਾਸ ਨੋਚ ਕੇ ਖਾ ਲਾ, ਪਰ ਦੇਖੀ ਕਿਤੇ ਅੱਖਾਂ ਨਾ ਖਾ ਜਾਵੀਂ, ਹਰੇ ਖਸਮ ਦੇ ਦਰਸ਼ਨ ਕਰਨੇ ਨੇ। ਮੈਂ ਟੋਕਿਆ ਨਹੀਂ ਹੈ ਕਊਏ ਨੂੰ, ਰੋੜਾ ਲੈ ਕੇ ਨਹੀਂ ਕਊਏ ਦੇ ਮਾਰਿਆ। ਠੰਡੇ ਐਸੇ ਨੇ, ਸੁਭਾਅ ਐਸਾ। ਏਡਾ ਠੰਡਾ ਸਾਧ ਵੀ ਗਿਲਾ ਕਰਦਾ ਹੈ, ਗੁੱਸਾ ਕਰਦਾ ਹੈ ਵੀ ਜੇ ਤੜਕੇ ਨਹੀਂ ਉੱਠਦਾ ਤੇ ਇਹ ਸਿਰ ਦਾ ਫਾਇਦਾ ਹੀ ਕੋਈ ਨਹੀਂ, ਇਹਨੂੰ ਵੱਢ ਕੇ ਸੁੱਟ ਦੇ। ਇੰਨੀ ਮਹਾਨਤਾ ਹੈ ਅੰਮ੍ਰਿਤ ਵੇਲੇ ਦੀ। ਇੰਨਾ ਜ਼ੋਰ ਦੇ ਨਾਲ ਏਡਾ ਠੰਡਾ ਭਗਤ ਵੀ ਹੁਕਮ ਕਰ ਰਿਹਾ ਹੈ ਵੀ ਅੰਮ੍ਰਿਤ ਵੇਲਾ ਬੜਾ ਜ਼ਰੂਰੀ ਹੈ। ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਜਿਤਨਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਫੋਲੋਗੇ, ਹਰ ਜਗ੍ਹਾ ਤੁਹਾਨੂੰ ਐਸੇ ਬੋਲ ਮਿਲ ਪੈਣਗੇ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਦੇਖੋ ਇੱਕ ਪੱਖ ਤੇ ਇਹ ਵੀ ਹੈ ਵੀ ਜਿਹੜੇ ਵੇਲੇ ਵੀ ਨਾਮ ਜਪੋ ਉਹ ਵੇਲਾ ਅੰਮ੍ਰਿਤ ਹੋ ਜਾਂਦਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾ। ਹਰ ਵੇਲਾ ਜ਼ਹਿਰ ਤੋਂ ਅੰਮ੍ਰਿਤ ਹੋ ਜਾਂਦਾ ਹੈ ਨਾਮ ਜਪੋ। ਪਰ ਇਸ ਪੰਕਤੀ ਦੇ ਆਧਾਰ ਤੇ ਤੜਕੇ ਨੂੰ ਖੰਡਨ ਕਰਨਾ ਇਹ ਵੱਡਾ ਗੁਨਾਹ ਹੈ। ਫਰੀਦ ਜੀ ਕਹਿੰਦੇ ਸੁਬਾਹ ਦੀ ਨਮਾਜ਼ ਪੜ੍ਹ, 5 ਇਸ਼ਨਾਨਾ ਕਰ, ਖੁਦਾ ਅੱਗੇ ਝੁਕ। ਗੁਰੂ ਗ੍ਰੰਥ ਸਾਹਿਬ ਕਹਿੰਦੇ ਬਬੀਹਾ ਤੜਕੇ ਬੋਲਦਾ, ਉਹਦੇ ਵਾਂਗੂ ਤੜਕੇ ਹੀ ਕੂਕਿਆ ਕਰ ਅਕਾਲ ਪੁਰਖ ਦਾ ਨਾਮ ਲੈ ਕੇ।
फिर की होएगा, तां दर सुनी पुकार, पुकार सुन लवेगा। एम्ब्रोसियल आवर्स ऑफ द मॉर्निंग बिफोर द सनराइज। अमृत वेला की है? ठंडा जिहा वेला, सूरज के उदय होने तो पहला पहला। चौंकड़ा ला के बैठ, इबादत कर, तेरी पुकार परमात्मा सुनेगा। जिवें बबीहे नूं स्वांति बूंद बख्श दिती, तैनूं दर्शन बख्श देवेगा। सो बड़ी जगह अमृत वेले दीयां बातां बाणी विच आईयां ने। फरीद जी ते होर तत्ते हुंदे ने, फरीदा पिछल रात ना जागे ओहे, जीवंदड़ो मोयो है। बाबा फरीद जी जेड़े उठे नहीं, जिन्हां 9 वजा दिते उठे ही नहीं, सूरज चढ़ गया जेड़े उठे ही नहीं, कहंदे मेरे भादे मुरदे ने, मोए होए ने। इन्हां विच ते मुरदियां विच बहुता फर्क नहीं है। वेखण नूं जिउंदे जापदे ने, पर अकाल पुरख दी दरगाह विच मुरदियां दे समान ने, क्योंकि इन्हां सारा जीवन सौं के गुजारिया है। जे तैं रब विसारिया तां रब ना विसरियो है। ये रब नूं भुले ने, कहंदे हजे भी याद कर लो, खुदा तुहानूं नहीं भुलिया। हजे भी उहदे प्रति लगन पैदा करो, उहदा नाम जपिया करो, जीवन सफला होवे। बाबा अतर सिंह दा जीवन कुछ ऐसा सी, तड़के उठ के इबादत करनी, बंदगी करनी। अच्छा, फिर भी इन्ना अभ्यास करन दे बावजूद भी वो एक गल नूं समझदे ने भी जिन्ना चिर किसी महापुरुष कोलों जुगती नहीं सिखी जाती, ये अभ्यास सफला नहीं है। हुण जे तुसीं एडमिशन ही ना लो स्कूल कॉलेज, घर बैठे किताबां पढ़ी भी जाओ तो किस काम ने हो। बाबा जोध सिंह ना उत्थे पलटन दे विच ग्रंथी सिंह सन गुरद्वारे, वो बड़े नाम दे अभ्यासी सन। वो बड़ा खुश रहिंदे सन बाबा अतर सिंह हुणां उत्ते भी ये बड़ा नाम जपदे ने। एक दिन संत अतर सिंह हुणां ना सवाल किया बाबा जोध सिंह नूं, महाराज ये जिहड़ा चौंकड़ा लाउंदे हो, बड़ा सहज विच हुंदे हो, कई कई घंटे चौंकड़ा नहीं खोलदे, इन्नी देर किथे चले जांदे हो? इउं जापदा है तुहाडे शरीर विच रूह नहीं हुंदी, किथे जांदे हो? ते बाबा जोध सिंह आखण लगे, अपने देश जांदा। जदों इन्नी गल आखी ना ते संत सह सभा कहंदे मैनूं भी जाच दस दिओ, मैं ते हजे थल्ले ही तुरिया फिरदा, उस देश मैं भी पहुंच जावां। वेखो जाच ते सिखणी पैंदी है, जे नहीं सिखणी पई ते वो दुनिया ते केवल 10 गुरु होए ने, 11वां कोई पैदा नहीं होया। इस गल दा ख्याल रखियो, केवल 10 गुरु। क्यों? जोत रूप हर आप गुरु नानक कहायो, क्योंकि खुदा आप 10 जामियां विच दुनिया ते आया। वो समुंदर ने, बाकी जिन्ने भी महापुरुष ने ये नदियां ने, इन्हां नूं मुशक्कत घाल के ही समुंदर दा रूप होना पिया है। जमदा कोई समुंदर नहीं, सिर्फ 10 गुरु समुंदर ने। जिन्ने भी भगत ने बाणी विच भट्ट ने जां दुनिया ते संत ने, ये सब वो पानी दे सोमे ने जिहड़े चल पे मुशक्कतां घालियां ते समुंदर विच मिले। समुंदर कोई नहीं सी, समुंदर विच मिल के समुंदर होए ने। सो जाच सिखनी पैंदी है। जे नहीं सिखी तो बापू नानक ने नहीं सिखी, क्योंकि वो आप खुदा ने, उन्होंने लोड़ नहीं है किसी तो जाच सीखण दी। वो आप सतगुरु ने, सिखाउण आए ने। सो बाबा जोध सिंह ने ना एक बचन किया सी, कहंदे बाबा अतर सिंह जी पौड़ी तुसीं चढ़न लग पे हो। जिहड़ा नाम है ना परमात्मा दा, यही पौड़ी है। ते जिवें महल ते चढ़ना होवे ते मुशक्कत घाल के अगली पौड़ी चलना पैंदा है। जपदे जाओ जपदे जाओ जपदे जाओ ते ध्यान गुरु नानक गुरु गोबिंद सिंह दे चरनां दा धार के जपना है, होर कोई फुरना ना मन चावे। एक दिन मंजिल ते पहुंच जाओगे, मंजिले मकसूद हासिल हो जाएगी तुहानूं। देखो इस गल का ख्याल रखियो, गुरु ग्रंथ साहिब पातशाह कहंदे ने जिहड़ा संत दे पास जावेगा उसनूं ही धर्म का मार्ग पता लगेगा। संत का मार्ग धर्म की पौड़ी को वडभागी पाए। हुण रस्ता औखा है संतां दा विकारां तो,
किनारा करना, संसार छड्डना औखा है। इस करके वड्डियां भागां वाला ही वो पौड़ी चढ़दा है, हर बंदा नहीं चढ़ सकदा। हुण मैं दसे हो मार्ग संत हो, क्यों प्रभु मिलाइयां। की तरला लेना साध को, मैनू दसो रब किद्दां मिलदा है। ते साध फिर रस्ता दसदे ने। बाबा अतर सिंह नूं उन्हां दे मुरशद आखण लगे, भाई वेख, जे उस प्यारे दे देश जाना है ते पौड़ी है नाम दी। नाम किहड़ा जी? गुरमंत्र वाहेगुरु। वाहेगुरु दे नाम दी पौड़ी है। ते जदों जपदे रहोगे गुरु नानक दे चरनां दा ध्यान धारोगे ते एक दिन तुहाडी सुरत प्रभु दे चरनां विच लीन हो जावेगी। साखी दे स्वरूप विच अभेद हो जाओगे। नदी चलदी चलदी समुंदर विच मिल जावेगी। ये जिहड़ा फिर शरीर दा संसार दा मोह है मिट जावेगा। निरंकार दा रस आवेगा। संसार दा रस कहंदे छुट जावेगा। वेखो जिहदे हत्थ हीरा आवे ना, कच आपे डिग पैंदा है। उन्हें कच की करना है? ये कच उन्ना चिर ही फड़ीदा जिन्ना चिर हीरा ना लभे। ये संसार कच है, असीं यही फड़ के बैठे हैं। हीरा हाथ ही नहीं आया अज तक, नाम हाथ ही नहीं आया अज तक। खैर अभ्यास करते ने, जुगती सिखी है, बचन हो गया मुरशद दा, चौंकड़ा ला लिया, अभ्यास करते रहे। गुरु गोबिंद सिंह गुरु नानक दे चरनां दा ध्यान धरदे ने। हुण सतगुरां नूं हाज़र नाज़र समझ के बंदगी कीती, अभ्यास कीता। जदों किते मन ना टिकना ना, एक बेनती करिया करदे सन पातशाह, तुरठ के मनुखा जामा दिता तुसीं, रीझ के खंडे दी पाक पौल भी बख्श दिती है। हुण किरपा करो नाम दे अमृत नाल ये मन भी टिक जावे, ये भी जाच मैनूं बख्श दिओ। ये बड़ा औखा कर्म है। बेनतियां करनियां, जिहड़े कहंदे ना मन नहीं टिकदा, वेखो इक्को ही तरीका है, वो है अरदास। जे गुरु ने सुन लई ठीक है, नहीं तो करते रहो, कदे तो सुनेगा ही। जोर उत्थे नहीं चलदा। राजे दे दर ते खलोते रहो, ये तो अंदरों आवाज दे के सद लवे, उत्थे धक्का नहीं चलदा। महाराज पातशाह दे गीत गाउणे 1944 दे विच ही, बिक्रमी 1944 दा समा, महापुरुषां ने एक सुनेहा प्राप्त किया भी पिता करम सिंह हुणी चढ़ाई कर गए ने। देख लो कैसा संसार दा मोह छुटिया सी, पिछे नहीं गए। छुट्टी लैके ना 1945 दे विच छुट्टी लैके ये महापुरुष जिस गुरु गोबिंद सिंह दे चरनां दा ध्यान धरदे ने, ਉਹਦੇ पाक नगर अबचल नगर हजूर साहब वाल नूं चाले पाउण दी विचार बनाई है, छुट्टी लै लई है। पिता दे अकाल चलाने ने होर वैराग पैदा कर दिता सी, होर तीबर इच्छा हो गई भी संसार नाशवान है, पिता नहीं रहे, रहना मैं भी नहीं है। इस तो पहला के शरीर नाश हो जावे, गुरु गोबिंद सिंह दी प्राप्ति करनी है। मानस जन्म दुलंभ है, जग मह खटियाए। परमात्मा नूं प्राप्त करन लई, खटण दे लई ये जन्म मिलिया है, किते अजाई ना चलिया जावे, ऐसी सोच बन गई। पूरे भाग सतगुरु मिला, हर नाम ध्याए, वड्डिया भागां नाल गुरु मिलदा है, नाम जपिया जांदा है, उहदी किरपा नाल प्रभु मिलदा है ते जीवन सफला हुंदा है। ये सोच सी उन्हां दी। डेरा गाजी खां तो सीधे नंदेड़ नूं गए, श्री गुरु गोबिंद सिंह महाराज दे चरनां वाल। अच्छा, पैदल चले ने, बड़ी भावना दे नाल चले ने, वाहिगुरु वाहिगुरु करदे जपदे जपदे अबचल नगर पहुंच गए, जिन्हों बाणी कहती है अबचल नगर गोबिंद गुरु का नाम जपत सुख पाया राम। जदों गुरु गोबिंद सिंह श्री गुरु ग्रंथ साहिब नूं गुरता गद्दी देण लगे ना नंदेड़, उदों ये हुक्मनामा आया सी, तो शहर का नाम ही अबचल नगर पै गया।
ਹਜੂਰ ਸਾਹਿਬ ਕਹਿੰਦੇ ਜਿਹੜਾ ਵੀ ਗੁਰੂ ਦੇ ਚਰਨਾਂ ਵਿੱਚ ਜਾਂਦਾ ਹੈ, ਮਨ ਇੱਛੇ ਸਹੀ ਫਲ ਪਾਏ, ਕਰਤਾ ਆਪ ਵਸਾਇਆ ਰਾਮ। ਮਨ ਇੱਛਿਤ ਵਸਤੂਆਂ ਪ੍ਰਾਪਤ ਹੋ ਜਾਂਦੀਆਂ ਨੇ ਜਿਹੜਾ ਗੁਰੂ ਦੀ ਨਗਰੀ ਸਿਰ ਝੁਕਾਉਂਦਾ ਹੈ। ਮਹਾਰਾਜ ਬਾਬਾ ਅਤਰ ਸਿੰਘ ਉੱਥੇ ਪਹੁੰਚੇ ਨੇ, ਗੋਦਾਵਰੀ ਵਿੱਚ ਇਸ਼ਨਾਨ ਕਰਨਾ ਤੇ ਉੱਥੇ ਕੰਢੇ ਬੈਠ ਕੇ ਚੌਂਕੜਾ ਲਾ ਕੇ ਅਭਿਆਸ ਕਰਨਾ, ਤੇ ਕਈ ਵਾਰ ਗੋਦਾਵਰੀ ਵਿੱਚ ਖਲੋ ਕੇ ਕਈ ਦਿਨ ਇਬਾਦਤ ਕਰਦੇ ਰਹਿਣਾ, ਬੰਦਗੀ ਕਰਦੇ ਰਹਿਣਾ, ਨਾਮ ਅਭਿਆਸ ਕਰਦੇ ਰਹਿਣਾ। ਚਾਹੇ ਨਗੀਨਾ ਘਾਟ ਹੈ, ਚਾਹੇ ਬੰਦਾ ਘਾਟ ਹੈ, ਉਹ ਚਾਹੇ ਗੌਤਮ ਘਾਟ ਹੈ, ਹੀਰਾ ਘਾਟ ਹੈ, ਸ਼ਿਕਾਰ ਘਾਟ ਹੈ, ਜਿੱਥੇ ਵੀ ਜਾਂਦੇ ਨੇ ਗੁਰੂ ਪਾਤਸ਼ਾਹ ਦੇ ਪਾਕ ਸਥਾਨ ਤੇ ਉੱਥੇ ਚੌਂਕੜਾ ਲਾ ਕੇ ਬਹਿ ਜਾਂਦੇ ਨੇ ਤੇ ਘੋਰ ਤਪੱਸਿਆ ਵਿੱਚ ਲੀਨ ਹੋ ਜਾਂਦੇ ਨੇ। ਬੜੀ ਸਹਿਜ ਵਾਲੀ ਸਮਾਧੀ ਪ੍ਰਾਪਤ ਹੈ। ਤਕਰੀਬਨ 2 ਸਾਲ ਮਹਾਂਪੁਰਸ਼ ਉੱਥੇ ਰਹਿੰਦੇ ਨੇ ਔਰ 2 ਸਾਲ ਹੀ ਪਰਮਾਤਮਾ ਦੀ ਇਬਾਦਤ ਕੀਤੀ, ਬੰਦਗੀ ਕੀਤੀ। ਬਹੁਤਾ ਸਮਾਂ ਗੋਦਾਵਰੀ ਵਿੱਚ ਖਲੋ ਕੇ ਤਪ ਕੀਤਾ, ਅਕਾਲ ਪੁਰਖ ਦੇ ਗੀਤ ਗਾਏ, ਨੀਂਦ ਨੂੰ ਜਿੱਤਿਆ। ਖੈਰ ਬੰਦਗੀ ਕਰਦਿਆਂ ਕਰਦਿਆਂ ਇੱਕ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਰਪਾ ਹੋਈ, ਦਰਸ਼ਨ ਹੋਏ ਔਰ ਇੱਕ ਬੁਲੰਦ ਆਵਾਜ਼ ਕੰਨਾਂ ਵਿੱਚ ਗੂੰਜੀ ਹੈ ਵੀ ਤੁਸੀਂ ਪੰਜਾਬ ਦੇਸ਼ ਮੁੜ ਜਾਓ, ਸਿੱਖ ਜਗਤ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰੋ, ਸਤਨਾਮ ਦਾ ਚੱਕਰ ਚਲਾਉਣਾ ਕਰੋ। ਗੁਰਾਂ ਨੇ ਦਰਸ਼ਨ ਕਰਕੇ ਇਹ ਕਿਰਪਾ ਕੀਤੀ। ਅੰਮ੍ਰਿਤ ਅਭਿਲਾਖੀਆਂ ਨੂੰ ਖੰਡੇ ਦੀ ਪੌਲ ਛਕਾਓ। ਬੜੀ ਥੋੜੀ ਗਿਣਤੀ ਰਹਿ ਗਈ ਹੈ ਸਿੱਖਾਂ ਦੀ, ਸਿੱਖ ਜਗਤ ਦਾ ਪ੍ਰਚਾਰ ਕਰੋ। ਹੁਣ ਵਾਪਸ ਚੱਲਦੇ ਨੇ। ਪੁਸ਼ਕਰ, ਹਰਿਦੁਆਰ, ਰਿਸ਼ੀਕੇਸ਼ ਆਦਿਕ ਜਗ੍ਹਾ ਰਸਤੇ ਚੋਂ ਲੰਘਦੇ ਹੋਏ ਉਹ ਮਹਾਂਪੁਰਸ਼ ਦਰਸ਼ਨ ਦਿਦਾਰੇ ਗੁਰੂ ਕੇ ਪਾਕ ਸਥਾਨਾਂ ਤੇ ਕਰਦੇ ਨੇ। ਹੋਰ ਸਨਾਤਨ ਮਤ ਦੇ ਤੀਰਥਾਂ ਤੇ ਵੀ ਸੰਤਾਂ ਮਹਾਂਪੁਰਸ਼ਾਂ ਨਾਲ ਵਿਚਾਰਾਂ ਕਰਦੇ ਨੇ, ਗੋਸ਼ਟੀਆਂ ਕਰਦੇ ਨੇ, ਸਿੱਖੀ ਦਾ ਪ੍ਰਚਾਰ ਕਰਦੇ ਨੇ। ਨੰਦੇੜ ਤੋਂ ਚੱਲੇ ਖਾਡਵਾ ਦੇ ਰਸਤੇ ਅਜਮੇਰ ਪਹੁੰਚਦੇ ਨੇ, ਅਜਮੇਰ ਤੋਂ ਪੁਸ਼ਕਰ ਰਾਜ ਪਹੁੰਚਦੇ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪਾਕ ਸਥਾਨ ਹੈ। ਉੱਥੇ ਦਰਸ਼ਨ ਕੀਤੇ, ਗੁਰਾਂ ਦੀ ਚਰਨ ਧੂੜੀ ਪ੍ਰਾਪਤ ਕੀਤੀ, ਸਤਨਾਮ ਵਾਹਿਗੁਰੂ ਦਾ ਅਭਿਆਸ ਕੀਤਾ। ਫਿਰ ਅਜਮੇਰ ਗਏ, ਉੱਥੋਂ ਹੋ ਕੇ ਹਰਿਦੁਆਰ ਗਏ। ਇਸ ਤਰ੍ਹਾਂ ਪੈਂਡਾ ਤੈਅ ਕਰਦੇ ਤੁਰੇ ਆ ਰਹੇ ਨੇ। ਹਰਿਦੁਆਰ ਤੋਂ ਰਿਸ਼ੀਕੇਸ਼ ਆ ਜਾਂਦੇ ਨੇ। ਰਿਸ਼ੀਕੇਸ਼ ਕੁਝ ਸਮਾਂ ਰਹੇ ਨੇ। ਉੱਥੇ ਕਹਿੰਦੇ ਬੜੀ ਤਪੱਸਿਆ ਕੀਤੀ ਹੈ ਰਿਸ਼ੀਕੇਸ਼ ਵੀ। ਗੰਗਾ ਹੈ, ਉੱਥੇ ਇਸ਼ਨਾਨ ਕਰਕੇ ਕੰਢੇ ਚੌਂਕੜਾ ਲਾ ਲੈਣਾ, ਗੁਰੂ ਨਾਨਕ ਨਿਰੰਕਾਰੀ ਨੂੰ ਯਾਦ ਕਰਨ ਲੱਗ ਪੈਣਾ। ਬੜੀ ਤਪੱਸਿਆ ਮਹਾਂਪੁਰਸ਼ਾਂ ਕੀਤੀ। ਬਾਣੀ ਦਾ ਫਰਮਾਨ ਹੈ, ਸੋ ਤਪਾ ਜੇ ਇਹੋ ਤਪ ਘਾਲੈ, ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੈ। ਸਾਡੇ 'ਚ ਤਪੱਸਿਆ ਕੀ ਹੈ? ਗੁਰੂ ਦੇ ਸ਼ਬਦ ਦਾ ਅਭਿਆਸ ਕਰਨਾ, ਗੁਰਾਂ ਦੇ ਨਾਮ ਦਾ ਅਭਿਆਸ ਕਰਨਾ। ਅਸਲ ਤਪਸਵੀ ਉਹ ਹੈ। ਹੋਰਾਂ ਮੰਤਰਾਂ ਜੰਤਰਾਂ ਦੇ ਅਭਿਆਸ ਦੀ ਜਿਹੜੀ ਤਪੱਸਿਆ ਹੈ, ਰਿੱਧੀਆਂ ਸਿੱਧੀਆਂ ਦਵਾ ਸਕਦੀ ਹੈ, ਪਰਮਾਤਮਾ ਪ੍ਰਾਪਤ ਨਹੀਂ ਹੋਵੇਗਾ। ਪੌਂਟਾ ਸਾਹਿਬ, ਨਾਹਨ, ਸਿਆਲਕੋਟ, ਅੰਮ੍ਰਿਤਸਰ, ਦਮਦਮਾ ਸਾਹਿਬ, ਹਰ ਸਥਾਨ ਤੇ ਮਹਾਂਪੁਰਸ਼ ਗਏ ਨੇ, ਯਾਤਰਾ ਕੀਤੀ ਹੈ। ਅੰਮ੍ਰਿਤਸਰ ਅੰਮ੍ਰਿਤ ਸਰੋਵਰ ਕਹਿੰਦੇ ਇਸ਼ਨਾਨ ਕਰਕੇ ਬੈਠ ਜਾਂਦੇ ਨੇ। ਤੇੜ ਇੱਕ ਕਸ਼ਹਿਰਾ ਹੈ ਤੇ ਇੱਥੇ ਸਿਰ ਦੇ ਉੱਤੇ ਭੂਰੀ ਲਪੇਟੀ ਹੋਈ ਹੈ। ਕੋਈ ਪਾਉਣ ਹੰਡਾਉਣ ਦਾ ਰਸ ਨਹੀਂ, ਕੋਈ ਛਕਣ ਛਕਾਉਣ ਦਾ ਰਸ ਨਹੀਂ। ਰੁੱਖਾ ਮਿੱਸਾ ਜੈਸਾ ਉਸ ਸਮੇਂ ਲੰਗਰ ਚੋਂ ਮਿਲ ਜਾਣਾ ਉਹ ਛਕ ਲੈਣਾ ਤੇ 8 ਹੀ ਪਹਿਰ ਚੌਂਕੜਾ ਲਾ ਕੇ ਸਰੋਵਰ ਦੇ ਕੰਢੇ ਬੈਠੇ ਰਹਿਣਾ। ਸੌਣ ਲਈ ਰੰਚਕ ਮਾਤਰ ਸਮਾਂ ਵੀ ਨਹੀਂ ਰੱਖਿਆ। ਨੀਂਦ ਨੂੰ ਜਿੱਤ ਲਿਆ। ਵਿਕਾਰਾਂ ਨੂੰ ਜਿੱਤਣ ਵਾਲਾ ਮਹਾਂਪੁਰਸ਼ ਸੀ। ਕਹਿੰਦੇ ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਜਿਨ੍ਹਾਂ ਨਾਮ ਦਾ ਰਸ ਮਾਣ ਲਿਆ ਉਹਨਾਂ ਨੇ ਹੋਰ ਸਾਰੇ ਹੀ ਰਸ ਛੱਡ ਦਿੱਤੇ।
ਚੌਂਕੜਾ ਲਾ ਕੇ ਬੈਠੇ ਰਹਿਣਾ। ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮੈਂ ਤਾਗਾ ਅਵਸਥਾ ਪ੍ਰਾਪਤ ਹੋ ਗਈ। ਹਰ ਜ਼ਰੇ ਚ ਖੁਦਾਇਆ ਨਜ਼ਰੀ ਆਇਆ। ਖੁਸ਼ ਨਵੇਂ ਆਇਦ ਮਰਾ, ਗਾਹੇ ਬਗੈਰ ਅਜ਼ ਹਯਾਹੇ ਹਿੱਕ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਮੈਨੂੰ ਖੁਦਾ ਦੀ ਯਾਦ ਆਉਂਦੀ ਹੈ ਜਦੋਂ ਦੀ ਉਹਦੇ ਪ੍ਰੇਮ ਦੀ ਕਥਾ ਨੇ ਮੇਰੇ ਹਿਰਦੇ 'ਚ ਜਗ੍ਹਾ ਬਣਾਈ ਹੈ। ਮੈਨੂੰ ਹੋਰ ਕਿਸੇ ਵੀ ਪਦਾਰਥ ਚੋਂ, ਨਾਮ ਚੋਂ ਰਸ ਨਹੀਂ ਆਇਆ। ਹੋਰ ਕਿਸੇ ਵੀ ਕਥਾ ਚੋਂ ਮੈਨੂੰ ਰਸ ਨਹੀਂ ਆਇਆ ਜਦੋਂ ਦੀ ਅਕਾਲ ਪੁਰਖ ਦੀ ਕਥਾ ਮੈਨੂੰ ਚੰਗੀ ਲੱਗ ਗਈ ਹੈ। ਬਾਬਾ ਅਤਰ ਸਿੰਘ ਦੀ ਅਵਸਥਾ ਐਸੀ ਸੀ, ਗੁਰੂ ਨਾਨਕ ਦੇ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਹੁਣ ਕੁਝ ਭਾਉਂਦਾ ਨਹੀਂ ਸੀ ਉਹਨਾਂ ਨੂੰ। ਗਜ਼ਲ ਹੈ ਖੁਸ਼ ਨਵੇਂ ਆਇਦ ਮਰਾ, ਗਾਹੇ ਬਗੈਰ ਅਜ਼ ਯਾਦ ਹਿੱਕ। ਇੱਕ ਪਰਮਾਤਮਾ ਦੀ ਯਾਦ, ਉਹਦੇ ਨਾਮ ਦੀ ਕਥਾ ਵਾਰਤਾ ਮੇਰੇ ਅੰਦਰ ਵਸ ਗਈ। ਤਾ ਹਦੀਸੇ ਇਸ਼ਕਿਓ, ਜਦੋਂ ਦਾ ਇਸ਼ਕ ਹੋਇਆ ਉਹਦੇ ਨਾਮ ਨਾਲ। ਤਾ ਹਦੀਸੇ ਇਸ਼ਕਿਓ ਅੰਦਰ ਦਿਲਮ ਮਾਵਾ ਗ੍ਰਿਫਤ, ਮੇਰੇ ਮਨ ਨੇ ਪਕੜ ਲਿਆ ਉਹਦੀ ਭਗਤੀ ਨੂੰ। ਮੈਨੂੰ ਹੁਣ ਹੋਰ ਕੁਝ ਪਕੜਨਾ ਚੰਗਾ ਨਹੀਂ ਲੱਗਦਾ। ਸੰਸਾਰ ਛੱਡ ਦਿੱਤਾ, ਰੱਬ ਨੂੰ ਪਕੜ ਲਿਆ। ਇਉਂ ਪਰਮਾਤਮਾ ਦੀ ਯਾਦ ਵਿੱਚ ਬਾਬਾ ਅਤਰ ਸਿੰਘ ਚੌਂਕੜਾ ਲਾ ਕੇ ਉਹਦੀ ਯਾਦ ਨੂੰ ਬੈਠੇ ਰਹਿੰਦੇ ਨੇ। ਮਨ ਵਿੱਚ ਉਹਦੇ ਨਾਮ ਨੂੰ ਜਕੜ ਕੇ ਬੈਠੇ ਰਹਿੰਦੇ ਨੇ। ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਿਨ੍ਹਾਂ ਨੇ ਨਾਮ ਰਸ ਚੱਖ ਲਿਆ, ਬਾਕੀ ਰਸ ਉਹਨਾਂ ਨੂੰ ਫਿੱਕੇ ਲੱਗਦੇ ਨੇ। ਇੱਕ ਦਿਨ ਨਾ ਬਾਬਾ ਟੱਲ ਸਾਹਿਬ ਦੇ ਗੁਰਦੁਆਰੇ ਅੰਮ੍ਰਿਤਸਰ ਬੈਠੇ ਭਗਤੀ ਕਰਨ। ਅੱਛਾ, ਕੁਝ ਸਮਾਂ ਬਤੀਤ ਹੋਇਆ, ਉੱਪਰਲੀ ਛੱਤ ਤੇ ਬੈਠੇ ਨੇ, ਬੰਦਗੀ ਕਰਦੇ ਨੇ। ਕੋਈ 2-3 ਦਿਨ ਲੰਘ ਗਏ, ਨਾਮ ਰਸ ਦੇ ਨਾਲ ਆਨੰਦ ਮਾਣ ਰਹੇ ਸਨ। ਭੋਜਨ ਪ੍ਰਸ਼ਾਦੇ ਦਾ ਕੋਈ ਖਿਆਲ ਨਹੀਂ ਹੈ। ਤੇ ਯਾਦ ਆਈ ਵੀ ਬਾਬਾ ਅਟਲ ਰਾਏ ਜੀ ਨੂੰ ਤੇ ਵਾਰ ਹੈ ਬਾਬਾ ਅਟਲ ਪੱਕੀਆਂ ਪਕਾਈਆਂ ਘੱਲ। ਇੱਥੇ ਤੇ ਚਿਤਵਣੀ ਕਰਨੀ ਪੈਂਦੀ ਹੈ, ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਹਜੇ ਇੰਨਾ ਫੁਰਨਾ ਮਨ ਦੇ ਵਿੱਚ ਆਇਆ ਹੈ। ਚਿਤ ਵੀ ਰਹੇ ਸਨ ਵੀ ਇੱਕ ਉੱਥੇ ਨਾ ਪ੍ਰੇਮੀ ਆਇਆ, ਉਹ ਖੀਰ ਤੇ ਪ੍ਰਸ਼ਾਦੇ ਲੈ ਆਇਆ ਤੇ ਮਹਾਂਪੁਰਸ਼ਾਂ ਨੂੰ ਕਹਿੰਦਾ ਆ ਕੇ ਛਕੋ। ਬੜੇ ਖੇੜੇ ਵਿੱਚ ਆ ਗਏ ਵੀ ਬਾਬਾ ਟੱਲ ਜੀ ਧੰਨ ਨੇ ਤੁਹਾਡੀਆਂ ਅਜ਼ਮਤਾਂ। ਕਹਿਰ ਬਾਣੀ ਦਾ ਇੱਕ ਫੁਰਮਾਨ ਹੈ, ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ, ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਨ। ਸਾਧ ਮੂੰਹੋਂ ਨਾਮ ਹੀ ਕੱਢਣ, ਹਿਰਦੇ 'ਚ ਹੀ ਕਿਤੇ ਚਿਤਵਨੀ ਪ੍ਰਗਟ ਕਰ ਲੈਣ, ਖਿਆਲ ਲੈ ਆਉਣ ਤੇ ਉਹ ਪਰਮਾਤਮਾ ਪੂਰਾ ਕਰ ਦਿੰਦਾ ਹੈ। ਅੰਮ੍ਰਿਤਸਰ ਰਹੇ ਕੁਝ ਸਮਾਂ, ਇੱਥੋਂ ਦਮਦਮਾ ਸਾਹਿਬ ਆ ਗਏ। ਦਮਦਮਾ ਸਾਹਿਬ ਦੀ ਪਾਕ ਰੂਹੇ ਜ਼ਮੀਨ ਤੇ ਆਏ ਨੇ, ਦਰਸ਼ਨ ਦਿਦਾਰੇ ਕੀਤੇ। ਤਕਰੀਬਨ 7 ਸਾਲਾਂ ਬਾਅਦ ਚੀਮੇ ਪਿੰਡ ਸੰਗਰੂਰ ਦੇ ਇਲਾਕੇ ਵਿੱਚ ਮੁੜੇ। ਦੇਖੋ ਕੈਸੇ ਮਹਾਂਪੁਰਸ਼ ਤਿਆਗੀ ਨੇ, ਘਰ ਨਹੀਂ ਗਏ, ਮਾਤਾ ਭੋਲੀ ਕੋਲ ਨਹੀਂ ਗਏ, ਪਿਤਾ ਪੂਰੇ ਹੋ ਚੁੱਕੇ ਨੇ, ਫਿਰ ਵੀ ਘਰ ਨਹੀਂ ਗਏ। ਖੇਤਾਂ ਵਿੱਚ ਬੈਠੇ ਨੇ, ਜ਼ਮੀਂਦਾਰ ਸਨ, ਆਪਣੇ ਖੇਤਾਂ ਵਿੱਚ ਬਹਿ ਗਏ, ਇਬਾਦਤ ਕਰਦੇ ਨੇ, ਬੰਦਗੀ ਕਰਦੇ ਨੇ। ਤੇ ਮਾਂ ਉੱਥੇ ਦਰਸ਼ਨਾਂ ਨੂੰ ਆਈ ਹੈ। ਮਾਂ ਉੱਥੇ ਆ ਕੇ ਆਪਣੇ ਲਖਤੇ ਜ਼ਿਗਰ ਨੂੰ ਮਿਲੀ ਹੈ। ਤੇ ਉੱਥੇ ਵੀ ਕਹਿੰਦੇ ਜਿਹੜੀ ਖੁਰਾਕ ਸੀ ਨਾ, ਵਣ ਦੇ ਰੁੱਖ ਸਨ, ਉਹਦੇ ਹੇਠ ਬੈਠੇ ਰਹਿੰਦੇ ਸਨ। ਜੇ ਕੋਈ ਹਾਜ਼ਰ ਕਰ ਗਿਆ ਪ੍ਰੇਮੀ, ਪ੍ਰਸ਼ਾਦ ਪਾਣੀ ਤੇ ਛਕ ਲੈਣਾ, ਨਹੀਂ ਤੇ ਬਸ ਉਹਦੇ ਨਾਮ ਰਸ ਵਿੱਚ ਹੀ ਜਿਉਂਦੇ ਸਨ। ਬੜੀ ਵੱਡੀ ਬੁਲੰਦ ਹਸਤੀ ਸੀ ਮਹਾਂਪੁਰਸ਼ਾਂ ਦੀ। ਖੈਰ ਮਾਤਾ ਭੋਲੀ ਜੀ ਨੇ ਮਿਲਣ ਆ ਜਾਇਆ ਕਰਨਾ, ਇਹ ਬੰਦਗੀ ਵਿੱਚ ਲੱਗੇ ਰਹਿੰਦੇ ਸਨ। ਇਹਨਾਂ ਦਾ ਇੱਕ ਮਿੱਤਰ ਸੀ ਨੰਬਰਦਾਰ ਹਰਨਾਮ ਸਿੰਘ। ਉਹਨੇ ਦੱਸਿਆ ਤੁਹਾਡੀ ਸਰਕਾਰ ਭਾਲ ਕਰਦੀ ਹੈ, ਛੁੱਟੀ ਲੈ ਕੇ ਆਏ ਹੋ ਤੇ ਬਾਅਦ ਚ ਮੁੜੇ ਹੀ ਨਹੀਂ ਤੁਸੀਂ, ਤੇ ਜੇ ਨਹੀਂ ਨੌਕਰੀ ਕਰਨੀ ਨਾਮ ਕਟਵਾ ਲਵੋ। ਖੈਰ ਗੱਲਬਾਤ ਹੋਈ, ਮਹਾਂਪੁਰਸ਼ ਪਿੰਡੋਂ ਗਏ ਨੇ ਵੀ ਮੈਂ ਨਾਮ ਕਟਵਾ ਆਵਾਂ। ਬੜਾ ਜ਼ੋਰ ਲਾਇਆ ਅਫਸਰਾਂ ਨੇ, ਸੇਂਟ ਕਹਿ ਕੇ ਪੁਕਾਰਿਆ ਕਰਦੇ ਸਨ, ਸੇਂਟ ਅਤਰ ਸਿੰਘ, ਵੀ ਇਹ ਰੱਬ ਦੇ ਗੀਤ ਗਾਉਣ ਵਾਲਾ ਸੰਤ ਹੈ। ਉਹ ਨਹੀਂ ਸੀ ਚਾਹੁੰਦੇ ਨੌਕਰੀ ਛੱਡਣ। ਖੈਰ ਗਏ ਮਹਾਂਪੁਰਸ਼,
पिंड चीमे तो चल पे ने। इत्थों चलदे चलदे ना अफसरां दे कोल जाण तो पहलां सियालकोट संत राम सिंह दे डेरे रुके ने। वो भी महापुरुष सन, बंदगी करन वाले सन। इदां कुछ समा महापुरुष उन्हां तों आग्या लैके उन्हां दे पास रहे ते फिर एक दिन उत्थों चल पैंदे ने। एबटाबाद छौणी पहुंचे। उत्थे छौणी जा करके बेनती की भी मैं हुण तुहाडी नौकरी नहीं अफसरों करनी, मैं गुरु गोबिंद सिंह दी, गुरु नानक दी नौकरी कर लई है। मैं हुण सिੱਖੀ दा प्रचार करना है। जिहड़ी 54 नंबर सिख पलटन है ना, उन्हां दे जिहड़े करनल सन, गैसली साहब करके उन्हां दा नाम आउंदा है, उन्हां पासों छुट्टी लै लई है, नाम कटवा लिया है। इत्थों सिੱਖੀ दे प्रचार लई फिर चले ने। एक गल दा ख्याल रखियो, देखो सिੱਖੀ दी फुलवाड़ी उस समय कुछ मुरझाई सी। किरपा ते गुरु नानक गुरु गोबिंद सिंह दी होनी सी, कुछ गिणती रह गई सी। इन्नी इबादत, इन्नी बंदगी, ऐसा प्रताप सी बाबा अतर सिंह हुणां दा, जिस नगर दे थाणी लंघदे सन तकरीबन सारे दा सारा पिंड हिंदू वीरां दा अमृत छाके सिंह सज जांदा सी। टाइम टीवी चढ़दी कला दे जिहड़े ओनर ने ना, दर्दी साहब, उन्हां दे दादा जी महापुरुषां नाल अमृत संचार च लगदे रहे ने। कदे वो मिलन बजुर्ग ते पुछे उन्हां कोल। वेखो सारियां ही संप्रदावां महापुरुषां ने सिੱਖੀ दा प्रचार कीता है। ये जमातां ने सिੱਖੀ दियां, प्रिंसीपल साडे गुरु ग्रंथ साहिब ने, ये महापुरुष सब टीचर हुंदे ने। पर सब तो वध के खंडे दी पौल अगर अमृत संचार राही बरसाउणा कीती है ते ओ बाबा अतर सिंह हुणा ने कीती है। सब तो वध अमृत उन्हां महापुरुषां ने छकाया है। सिंह साजे ने सिੱਖੀ दी फुलवाड़ी नूं प्रफुल्लित कीता है। इस बात नूं कोई होर चैलेंज नहीं कर सकदा। चाहे तुसीं इंडियन हिस्टरी पढ़ लो पुरानी, उस महापुरुष नालों वध के किसे ने भी सिੱਖੀ ਦਾ प्रचार नहीं कीता होवेगा। गुरु पातशाह की किरपा दे नाल रोल सारियां दा ही महापुरुषां दा है सिੱਖੀ नूं प्रफुल्लित करन विच। पर जिवें तारियां चों ध्रुव तारा है, महापुरुषां चों बाबा अतर सिंह ने, ऐसी उन्हां दी हस्ती है। लखां प्राणियां नूं अमृत छकाया ते जिहड़ा फिर आप जुड़िया ते होरां नूं जोड़दा। बापू गुरु ग्रंथ साहिब कहंदे, जन नानक धूड़ मंगै तिस गुर सिख की, जो आप जपै अवराह नाम जपावे उहदी धूड़ी मंगो महाराज कहंदे। तुहाडा जीवन सफला हो सकदा है। लखां नूं अमृत छकाया, गिणती नहीं कीती जा सकदी। सिੱਖੀ दी फुलवाड़ी पूरी प्रफुल्लित हो चुकी सी। सो उन्हां महापुरुषां ने बड़ा प्रचार प्रसार कीता। कहंदे जिथे भी जांदे सन इदां दा प्रताप सी, इउं जापदा सी भी जिवें कोई बादशाह आया है। ते ओ जिहड़ी संगत मिलन आउंदी सी, लैण आउंदी सी समागमां लई, ओ एक वड्डे जलूस दा रूप अख्तियार कर लैंदे सन। इन्ना इकट्ठ हो जांदा सी। जे स्टेशन ते आउणा, बस स्टैंड, किधरे भी आउणा महापुरुषां, इउं जापड़ा भी जिवें कोई जलूस निकल रहा है। इन्ना अदब, इन्ना सत्कार उस महापुरुष दा दुनिया ते होया। उहदा कारण की है? गुर सिखां की घाल थाए पई, जिन हर नाम ध्यावा, जिन नानक सतगुर पूजिया, तिन हर पूज करावा। जिन्हां दी पूजा, जिन्हां दी पूजा लोकाई करदी है, उहदे पिछे राज ये है भी उन्हां गुरु नानक दी पूजा कीती है। शेख सादी कहंदा सी, चाहुणा है जदों घरों निकले तेरे अगे खुदाई झुक जिया करे, लोकाई झुक जिया करे, दुनिया सजदा करे। ते अगों ओ जिहड़ा मुरीद सी वो कहंदा इह ते सारे ही चाहुंदे ने। ते कहंदे फिर सुबह दी नमाज जिहड़ी है ना, नागा ना पाई, तड़के उठ के खुदा अगे झुक जिया कर, तेरे अगे लोकाई झुक जावेगी। यह है जिन्हां ने अकाल पुरख दे गीत गाए ने, उन्हां दे गीत दुनिया गाउंदी है। जॉर्ज फाइव का तुसीं जिक्र पढ़िया होवेगा। ही वॉज द किंग ऑफ द यूनाइटेड किंगडम, राजा इंग्लैंड का, यूके का राजा, ब्रिटिश डोमेनियन।
ਉਹ ਭਾਰਤ ਵਰਸ਼ ਵਿੱਚ ਸੀ। ਜਦੋਂ ਭਾਰਤ ਵਰਸ਼ ਦੇ ਵਿੱਚ ਆਇਆ ਨਾ, ਉਦੋਂ ਜਿੰਨੇ ਵੀ ਰਾਜ ਘਰਾਣੇ ਸਨ ਪੰਜਾਬ ਦੇਸ਼ ਦੇ, ਇਹ ਸਾਰੇ ਸੰਤ ਅਤਰ ਸਿੰਘ ਜੀ ਮਹਾਰਾਜ ਹੋਣਾ ਦੀਆਂ ਅਜ਼ਮਤਾਂ ਨੂੰ ਅੱਖੀਂ ਵੇਖ ਚੁੱਕੇ ਸਨ ਔਰ ਇਹ ਸਮਝਦੇ ਸਨ ਵੀ ਸਿੱਖੀ ਦੇ ਮੁੱਖ ਆਗੂ ਇਹ ਮਹਾਂਪੁਰਸ਼ ਨੇ। ਇਹ ਜਿਹੜਾ ਰਾਜਾ ਸੀ ਇਹ ਦਿੱਲੀ ਦੇ ਵਿੱਚ ਹੈ ਤੇ ਇਹਨੇ ਇੱਕ ਇੱਛਾ ਜ਼ਾਹਰ ਕੀਤੀ ਹੈ। ਕਹਿੰਦਾ ਜਿੰਨੇ ਵੀ ਭਾਰਤ ਵਰਸ਼ ਦੇ ਅੰਦਰ ਧਾਰਮਿਕ ਗ੍ਰੰਥ ਨੇ ਨਾ, ਧਰਮ ਗੁਰੂ ਨੇ, ਸਾਰੇ ਮੇਰੇ ਕੋਲ ਆਉਣ। ਇੱਕ ਵੱਡੀ ਮਜਲਿਸ ਸੱਜੀ ਹੈ, ਪੰਡਤ ਜਨ ਭਗਵਤ ਗੀਤਾ ਲੈ ਕੇ ਆਏ ਨੇ, ਇਸਲਾਮ ਜਗਤ ਦੇ ਮਹਾਂਪੁਰਸ਼ ਕੁਰਾਨ ਲੈ ਕੇ ਆਏ ਨੇ। ਉਧਰ ਪੰਜਾਬ ਦੇਸ਼ ਦੇ ਅੰਦਰ ਜਿਹੜੇ ਰਿਆਸਤਾਂ ਦੇ ਰਾਜੇ ਨੇ, ਚਾਹੇ ਉਹ ਨਾਭੇ ਰਿਆਸਤ ਦੇ ਰਾਜੇ ਨੇ, ਚਾਹੇ ਪਟਿਆਲੇ ਦੇ ਨੇ, ਸੰਗਰੂਰ ਦੇ ਨੇ, ਸਾਰਿਆਂ ਬੇਨਤੀ ਕੀਤੀ, ਸੰਤ ਅਤਰ ਸਿੰਘ ਮਹਾਰਾਜ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸਵਾਰੀ ਨੂੰ ਲੈ ਕੇ ਚੱਲਣਾ ਹੈ, ਤੁਸੀਂ ਸਿੱਖ ਜਗਤ ਵੱਲੋਂ ਰਹਿਨੁਮਾ ਬਣ ਕੇ ਚੱਲਣਾ ਹੈ। ਤੇ ਮਹਾਂਪੁਰਸ਼ ਕਹਿੰਦੇ ਰਹਿਨੁਮਾ ਤੇ ਗੁਰੂ ਗ੍ਰੰਥ ਸਾਹਿਬ ਹੀ ਨੇ, ਮੈਂ ਸੇਵਾਦਾਰ ਬਣ ਕੇ ਚੱਲਾਂਗਾ। ਔਰ ਨਾਲ ਇੱਕ ਬਚਨ ਕਿਹਾ ਸੀ, ਕਹਿੰਦੇ ਲੋਕ ਪਰਲੋਕ ਦਾ ਬਾਦਸ਼ਾਹ ਜਾਵੇਗਾ ਤੇ ਗਲੀਆਂ ਮੁਹੱਲਿਆਂ ਦੀ ਸਫਾਈ ਕਰਵਾ ਲਓ, ਖੁਦ ਖੁਦਾ ਦੀ ਸਵਾਰੀ ਲੰਘਣੀ ਹੈ। ਸਫਾਈ ਕਰਵਾਈ ਗਈ ਗਲੀਆਂ ਦੀ, ਹਾਥੀ ਤੇ ਸਵਾਰਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਦੇ ਚੌਰ ਬਰਦਾਰ ਦੀ ਸੇਵਾ ਬਾਬਾ ਅਤਰ ਸਿੰਘ ਕਰਨਾ। ਅੱਗੇ 5 ਪਿਆਰੇ ਨਾਲ ਸਾਰੇ ਰਾਜੇ ਨੇ। ਉਹ ਜਿਹੜਾ ਤਖਤ ਤੇ ਬੈਠਾ ਸੀ ਨਾ ਜਾਰਜ 5, ਜਿਹਨੂੰ ਜਾਰਜ ਪੰਚਮ ਕਹਿ ਦਿੰਦੇ ਆਪਾਂ, ਉਹ ਤਖਤ ਤੋਂ ਉੱਠ ਕੇ ਖੜਾ ਹੋ ਗਿਆ ਤੇ ਤਖਤ ਤੋਂ ਉੱਠ ਕੇ ਉਹ ਸੰਤ ਅਤਰ ਸਿੰਘ ਹੁਣਾ ਵੱਲ ਵਧਿਆ ਤੇ ਸੰਤ ਜੀ ਇੱਕ ਸ਼ਬਦ ਪੜ੍ਹ ਰਹੇ ਸਨ ਮਹਾਰਾਜ ਦੀ ਹਜ਼ੂਰੀ ਵਿੱਚ, ਕਉ ਹਰ ਸਮਾਨ ਨਹੀਂ ਰਾਜਾ ਏ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇਵਾਜਾ। ਕਹਿੰਦੇ ਖੁਦਾ ਵਰਗਾ, ਅਕਾਲ ਪੁਰਖ ਵਰਗਾ ਕੋਈ ਸ਼ਾਸਕ ਨਹੀਂ। ਇਹ 5-4 ਸਾਲਾਂ ਦੀ ਖੇਡ ਹੈ। ਅੱਜ ਕੋਈ ਤਖਤ ਤੇ ਆ, ਕੱਲ ਨੂੰ ਤਖਤੇ ਦੇ ਉੱਤੇ ਹੋਵੇਗਾ। ਰਾਜੇ ਸਦੀਵੀ ਨਹੀਂ ਹੁੰਦੇ। ਸਦੀਵੀ ਇੱਕੋ ਹੀ ਰਾਜਾ ਹੈ ਜਿਹਦਾ ਹੁਕਮ ਚੱਲਦਾ ਹੈ, ਉਹ ਪਰਮਾਤਮਾ ਹੈ। ਉਹ ਸੰਤਾਂ ਦੇ ਮਸਤਕ ਦਾ ਨੂਰ ਵੇਖ ਕੇ ਉੱਠਿਆ ਸੀ ਜਾਰਜ 5। ਉਹ ਉੱਠ ਕੇ ਥੱਲੇ ਆਉਂਦਾ ਹੈ ਤਖਤ ਤੋਂ। ਜ਼ਿਕਰ ਮਿਲਦਾ ਹੈ ਵੀ ਉਹਨੇ 5 ਪੌਂਡ ਜੇਬ ਚੋਂ ਕੱਢੇ, ਆਪਣੇ ਇੰਗਲੈਂਡ ਦੇ ਸਿੱਕੇ ਜੇਬ ਚੋਂ ਕੱਢ ਕੇ ਤੇ ਸੰਤ ਅਤਰ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਕਹਿੰਦਾ ਤੁਸੀਂ ਸਿੱਖਾਂ ਦੇ ਗੁਰੂ ਹੋ, ਮੁਰਸ਼ਦ ਹੋ। ਮਹਾਰਾਜ ਕਹਿੰਦੇ ਨਹੀਂ, ਮੈਂ ਤੇ ਝਾੜੂ ਬਰਦਾਰ ਹਾਂ, ਸਾਡਾ ਗੁਰੂ ਤੇ ਉਹ ਹਾਥੀ ਤੇ ਸਵਾਰੇ ਤੇ ਸੁਭਾਏਮਾਨ ਹੈ। ਨਿਰਮਾਣਤਾ ਦੀ ਮੂਰਤ ਸੀ ਮਹਾਂਪੁਰਸ਼। ਹੁਣ ਉਹ ਸੰਗੀਆਂ ਸਾਥੀਆਂ ਚੋਂ ਇੱਕ ਨੇ ਟਰਾਂਸਲੇਸ਼ਨ ਕਰਕੇ ਦਿੱਤੀ ਵੀ ਇਹਨਾਂ ਸ਼ਬਦ ਕੀ ਪੜਿਆ। ਬੜਾ ਹੈਰਾਨ ਵੀ ਤਕਰੀਬਨ 50 ਤੋਂ ਉੱਪਰ ਕਲੋਨੀਆਂ ਸਨ ਇੰਗਲੈਂਡ ਦੀਆਂ, 50 ਤੋਂ ਉੱਤੇ ਦੇਸ਼ ਜਿੱਤੇ ਸੀ, 70 ਦੇ ਕਰੀਬ ਵੱਧ ਹੀ ਹੋ ਸਕਦੇ ਨੇ। ਔਰ ਇੰਗਲੈਂਡ ਦਾ ਰਾਜਾ ਸਮਝੋ ਵੀ 70-80 ਦੇਸ਼ਾਂ ਦਾ ਰਾਜਾ, ਸਾਰੀਆਂ ਕਲੋਨੀਆਂ ਦਾ ਰਾਜਾ, ਔਰ ਦਾ ਕਲੋਨੀ ਸਾਰਿਆਂ ਦਾ ਉਹ ਰਾਜਾ ਸੀ। ਇੰਡੀਆ ਦਾ ਵੀ ਉਹੀ ਉਸ ਸਮੇਂ ਰਾਜਾ ਸੀ, ਭਾਰਤ ਦਾ। ਔਰ ਏਡੇ ਰਾਜੇ ਦੇ ਅੱਗੇ ਨਿਡਰ ਹੋ ਕੇ, ਨਿਰਭੈ ਹੋ ਕੇ ਬੋਲ ਕਹਿਣਾ ਵੀ ਇਹ ਰਾਜੇ ਕੁਝ ਵੀ ਨਹੀਂ, ਅਸਲ ਰਾਜਾ ਅਕਾਲ ਪੁਰਖ ਹੈ, ਗੁਰੂ ਗ੍ਰੰਥ ਸਾਹਿਬ ਹੈ। ਦੋਵੇਂ ਇੱਕ ਹੀ ਨੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਕੋਈ ਫਰਕ ਨਹੀਂ ਹੈ। ਉਹ ਬੜਾ ਹੈਰਾਨ ਹੋਇਆ ਤੇ ਉਹਦੇ ਸੰਗੀਆਂ ਸਾਥੀਆਂ ਪੁੱਛਿਆ ਵੀ ਤੂੰ ਇਹ ਹੋਰ ਗ੍ਰੰਥ ਆਏ, ਤੂੰ ਉੱਠਿਆ ਵੀ ਨਹੀਂ ਤੇ ਇਹ ਸਿੱਖਾਂ ਦਾ ਗ੍ਰੰਥ ਆਇਆ, ਸਿੱਖਾਂ ਦਾ ਆਗੂ ਆਇਆ, ਮਹਾਂਪੁਰਸ਼ ਆਇਆ, ਤੂੰ ਉੱਠਿਆ ਵੀ ਹੈ, ਫਿਰ ਇਹਦੇ ਪੈਰਾਂ ਵਿੱਚ ਝੁਕਿਆ ਵੀ ਹੈ, ਇਹਦਾ ਕਾਰਨ ਕੀ ਹੈ? ਕਹਿੰਦਾ ਮੈਨੂੰ ਇਹਦੇ ਵਿੱਚੋਂ ਜੀਸਸ ਕ੍ਰਾਈਸਟ ਦੀ ਸਪਿਰਿਟ ਨਜ਼ਰੀ ਆਈ। ਸਪਿਰਿਟ ਆਫ ਦਾ ਜੀਸਸ ਕ੍ਰਾਈਸਟ, ਸਾਜੇ ਯੀਸ਼ੂ ਮਸੀਹ ਦੀ ਜਿਹੜੀ ਬਰਕਤ ਹੈ, ਜਿਹੜਾ ਨੂਰ ਹੈ, ਉਹ ਇਹਦੇ ਚਿਹਰੇ ਚੋਂ ਨਜ਼ਰੀ ਆਇਆ। ਇਹ ਕੋਈ ਰਹਿਬਰ ਹੈ, ਕੋਈ ਪੈਗੰਬਰ ਹੈ, ਕੋਈ ਮਾਮੂਲੀ ਆਮ ਇਨਸਾਨ ਨਹੀਂ ਹੈ ਜਿਹੜਾ ਆਇਆ ਹੈ। ਏਡਾ ਵੱਡਾ ਸੀ ਬਾਬਾ ਅਤਰ ਸਿੰਘ।
ਜਿਹਨੇ ਦੁਨੀਆ ਝੁਕਾਈ ਪਈ ਹੈ ਜਾਰਜ ਪੰਚਮ ਨੇ, ਉਹ ਬਾਬਾ ਅਤਰ ਸਿੰਘ ਦੇ ਚਰਨਾਂ 'ਚ ਝੁਕਿਆ। ਇਹ ਖੁਦਾਇਆ ਦਾ ਕਹਿੰਦੇ ਨੂਰ ਹੈ। ਸੋ ਐਸੇ ਉਹ ਮਹਾਪੁਰਸ਼ ਸਨ। ਪਰ ਨਿਰਮਾਣਤਾ ਬੜੀ, ਕਹਿੰਦੇ ਸਾਰਾ ਜਸ ਗੁਰੂ ਪਾਤਸ਼ਾਹ ਦਾ ਹੈ, ਜਿਸ ਨੂੰ ਬਖਸ਼ੈ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ। ਐਸੇ ਮਹਾਪੁਰਸ਼ ਸਨ। ਅੱਛਾ, ਬੇਪਰਵਾਹ ਬੜੇ ਨੇ, ਡਰ ਨਹੀਂ ਸੀ ਖਲੜੀ 'ਚ ਕਿਸੇ ਦਾ, ਰੰਚਕ ਮਾਤਰ ਵੀ ਡਰ ਨਹੀਂ ਸੀ। ਆ ਰਾਜਾ ਨਹੀਂ ਸੰਗਰੂਰ ਵਾਲਾ ਰਣਵੀਰ ਸਿੰਘ, ਸੰਤ ਅਦਰ ਸਿੰਘ ਮਹਾਰਾਜ ਨੂੰ ਕਹਿੰਦਾ ਜੀ ਘਰ ਕੀਰਤਨ ਕਰਨਾ ਹੈ, ਅਖੰਡ ਜਾਪ ਕਰਵਾਉਣੇ ਨੇ, ਜਥੇ ਨੂੰ ਆਗਿਆ ਦਿਓ। ਬਾਣੀ ਪੜ੍ਹੀ ਗਈ, 18-10-20 ਸਮਾਪਤੀ ਹੋਈ, ਸੰਤ ਕੀਰਤਨ ਕਰਨ। ਜਦੋਂ ਮਹਾਪੁਰਸ਼ ਕੀਰਤਨ ਕਰਨ, ਇੱਕ ਹਜ਼ੂਰ ਦੇ ਸਾਹਮਣੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਵਾਜ਼ੇ ਚੋਂ ਗੁਰਮੁਖ ਪਿਆਰਾ ਕੋਈ ਸਿੱਖ ਅੰਦਰ ਆਉਣਾ ਚਾਹੁੰਦਾ ਹੈ ਤੇ ਸਿਪਾਹੀਆਂ ਆਉਣ ਨਹੀਂ ਦਿੱਤਾ। ਨਿਰਦਨ ਸੀ, ਗਰੀਬੜਾ ਸੀ, ਲਿਬਾਸ ਪਾਟਾ ਪੁਰਾਣਾ ਸੀ, ਮੁੜ ਗਿਆ। ਸੰਤ ਅਤਰ ਸਿੰਘ ਨੇ ਇਹ ਦੇਖਦਿਆਂ ਹੀ ਕੀਰਤਨ ਦੀ ਸਮਾਪਤੀ ਕੀਤੀ, ਫਤਿਹ ਗਜਾਈ, ਮੱਥਾ ਟੇਕ ਕੇ ਮਹਾਰਾਜ ਨੂੰ ਤੇ ਹਜ਼ੂਰੀ ਚੋਂ ਬਾਹਰ ਚਲੇ ਗਏ। ਬੜਾ ਆਨੰਦ ਵਰਸ ਰਿਹਾ ਸੀ ਸਭਾ ਦੇ ਵਿੱਚ, ਮਜਲਿਸ ਦੇ ਵਿੱਚ, ਦਰਬਾਰ ਦੇ ਵਿੱਚ। ਰਾਜਾ ਦੌੜਿਆ ਗਿਆ, ਮਹਾਰਾਜ ਕੀ ਹੋਇਆ, ਕੋਈ ਗੁਸਤਾਖੀ? ਕਹਿੰਦੇ ਬਿਲਕੁਲ। ਕਹਿੰਦੇ ਰਾਜਾ ਕੌਣ ਹੈ ਇੱਥੇ? ਕਹਿੰਦਾ ਜੀ ਮੈਂ। ਕਹਿੰਦੇ ਅੱਜ ਤੂੰ ਨਹੀਂ, ਅੱਜ ਗੁਰੂ ਗ੍ਰੰਥ ਸਾਹਿਬ ਰਾਜੇ ਨੇ, ਅੱਜ ਉਹਨਾਂ ਦੀ ਹਜ਼ੂਰੀ ਹੈ, ਅੱਜ ਹਜ਼ੂਰੀ ਸਵਾਰੀ ਤੇਰੇ ਗ੍ਰਹਿ ਆਈ ਹੈ। ਤੇ ਜੇ ਗੁਰੂ ਗ੍ਰੰਥ ਸਾਹਿਬ ਰਾਜੇ ਨੇ, ਰਾਜਾ ਤੇ ਹੁਕਮ ਗੁਰਾਂ ਦਾ ਚੱਲਣਾ ਚਾਹੀਦਾ ਹੈ। ਤੇ ਗੁਰਾਂ ਦਾ ਹੁਕਮ ਇਹ ਹੈ, ਜੋ ਸਰਣੇ ਆਵੇ ਤਿਸ ਕੰਠ ਲਾਵੇ। ਤੇ ਉਹ ਇੱਕ ਗਰੀਬੜਾ ਸਿੱਖ ਆਇਆ, ਉਹਨੂੰ ਦਰਬਾਰ ਦੇ ਬਾਹਰੋਂ ਮੋੜ ਦਿੱਤਾ ਹੀ। ਤੇ ਰਾਜਾ ਤੇ ਫਿਰ ਤੂੰ ਹੀ ਰਹਿ ਗਿਆ, ਗੁਰੂ ਤੇ ਰਾਜਾ ਹੀ ਨਾ ਹੋਏ। ਕਹਿੰਦਾ ਜੀ ਹੁਣ ਭੁੱਲ ਕਿਵੇਂ ਬਖਸ਼ਾਵਾਂ? ਕਹਿੰਦੇ ਜਾ, ਚਲਿਆ ਜਾ, ਉਸ ਗੁਰਸਿੱਖ ਨੂੰ ਲੱਭ ਕੇ ਲਿਆ, ਉਹ ਦਰਬਾਰ ਵਿੱਚ ਆਵੇ, ਭਰੇ ਦਰਬਾਰ ਅੰਦਰ ਸੰਗਤ ਦੇ ਸਾਹਮਣੇ ਤੂੰ ਮਾਫੀ ਮੰਗੇ, ਉਹ ਤੈਨੂੰ ਮਾਫ ਕਰ ਦਵੇ ਤੇ ਇਹ ਦੀਵਾਨ ਸਜੇਗਾ, ਨਹੀਂ ਤੇ ਨਹੀਂ। ਇੰਨਾ ਅਦਬ ਗੁਰਸਿੱਖਾਂ ਦਾ। ਉਹ ਸਿਪਾਹੀ ਗਏ, ਲੱਭ ਕੇ ਲਿਆਏ, ਦਰਬਾਰ ਵਿੱਚ ਆਇਆ, ਉਹਦੇ ਸਾਹਮਣੇ ਰਾਜਾ ਨੇ ਮਾਫੀ ਮੰਗੀ ਤੇ ਮਹਾਪੁਰਸ਼ਾਂ ਨੇ ਫਿਰ ਸਾਜ ਛੇੜਿਆ। ਗੁਰੂ ਨਾਨਕ ਨਿਰੰਕਾਰੀ ਦੀ ਕੀਰਤੀ ਗਾਈ। ਐਸਾ ਨਿਡਰ ਮਹਾਪੁਰਸ਼ ਸੀ ਉਹ। ਬੜਾ ਪ੍ਰਚਾਰ ਪ੍ਰਸਾਰ ਉਹਨਾਂ ਕੀਤਾ। ਇਹ ਮਸਤੂਆਣਾ ਸਾਹਿਬ ਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਦਾ ਮਹਾਨ ਕੇਂਦਰ ਬਣਿਆ। ਕਾਲਜ ਖੁੱਲੇ, ਸਕੂਲ ਖੁੱਲੇ, ਧਾਰਮਿਕ ਵਿਦਿਆਲੇ ਇੱਥੇ ਚੱਲੇ। ਔਰ ਸਭ ਤੋਂ ਵੱਡੀ ਬਾਤ ਕਹਿ ਦੇਵਾਂ, ਜੋ ਅਕਾਲ ਅਕੈਡਮੀਆਂ ਭਾਰਤ ਵਰਸ਼ ਦੀ ਰੂਹੇ ਜ਼ਮੀਨ ਤੇ ਨੇ, ਬਾਬਾ ਤੇਜਾ ਸਿੰਘ ਜੀ ਨਹੀਂ, ਪੁਰਾਣੇ ਮਹਾਪੁਰਸ਼ ਜਿਨ੍ਹਾਂ ਨੂੰ ਅਮਰੀਕਾ ਭੇਜਿਆ ਸੀ ਬਾਬਾ ਅਤਰ ਸਿੰਘ ਜੀ ਹੁਣਾਂ ਨੇ। ਦੇਖੋ ਕੈਸੇ ਦੂਰ ਅੰਦੇਸ਼ ਅਧਿਆਤਮਕ, ਜਿੱਥੇ ਪੱਖ ਸਾਡਾ ਮਜ਼ਬੂਤ ਚਾਹੀਦਾ ਹੈ ਭਗਤੀ ਵਿੱਚ, ਉੱਥੇ ਦੁਨਿਆਵੀ ਵਿਦਿਆ ਵੀ ਜ਼ਰੂਰੀ ਹੈ ਜੀਵਨ ਜਾਚ ਦੇ ਲਈ। ਮਹਾਪੁਰਸ਼ਾਂ ਨੇ ਆਪਣੇ ਸੇਵਕ ਨੂੰ ਭੇਜਿਆ ਅਮਰੀਕਾ, ਵੀ ਉੱਥੋਂ ਵਿਦਿਆ ਲੈ ਕੇ ਆਓ। ਉਹਨਾਂ ਉੱਥੇ ਚੰਗੀਆਂ ਉੱਚ ਕੋਟੀ ਦੀਆਂ ਡਿਗਰੀਆਂ ਹਾਸਲ ਕੀਤੀਆਂ। ਇੱਥੇ ਅਕਾਲ ਅਕੈਡਮੀ ਚੱਲੀ, 150 ਤੋਂ ਉੱਪਰ ਬ੍ਰਾਂਚਾਂ ਨੇ, ਜਿੱਥੇ ਸਿੱਖ ਜਗਤ ਦੀ ਫੁਲਵਾੜੀ ਪ੍ਰਫੁੱਲਤ ਕੀਤੀ ਜਾ ਰਹੀ ਹੈ। ਇਹ ਦੇਣ ਕਿਹਦੀ ਹੈ? ਬਾਬਾ ਅਤਰ ਸਿੰਘ ਜੀ ਮਹਾਰਾਜ। ਸੋ ਉਹਨਾਂ ਦੀਆਂ ਸੇਵਾਵਾਂ ਨੂੰ ਚੰਮ ਦੀ ਜ਼ੁਬਾਨ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਫਿਰ ਕਹਿ ਦਵਾਂ, ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਏ, ਅਗਮ ਅਗੋਚਰ ਸਦ ਅਵਿਨਾਸੀ ਸਰਣ ਸੰਤਨ ਕੀ। ਹਾਂ, ਵਡਿਆਈ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ, ਪਰ ਕਹਿੰਦੇ ਜੇ ਵਡਿਆਈ ਕਰੋਗੇ, ਸ਼ਰਨ ਆਵੋਗੇ, ਉਹ ਜਿਹੜਾ ਅਗੋਚਰ ਖੁਦਾਇਆ ਹੈ, ਸਾਧੂ ਦੇ ਦਰਸ਼ਨ ਕਰ ਲਵੋ, ਜਾਚ ਦੱਸ ਦਵੇਗਾ ਤੇ ਤੁਹਾਨੂੰ ਉਹ ਪ੍ਰਾਪਤ ਹੋਵੇਗਾ, ਤੁਹਾਡਾ ਜੀਵਨ ਸਫਲਾ ਹੋ ਜਾਵੇਗਾ। ਐਸੇ ਉਹ ਮਹਾਪੁਰਸ਼ ਹੋਏ ਨੇ। ਜਿੰਨਾ ਵੀ ਜਸ ਗਾਈਏ, ਇਉਂ ਸਮਝ ਲਓ ਗੁਰੂ ਨਾਨਕ ਨਿਰੰਕਾਰੀ ਦੇ ਚਰਨਾਂ ਦੇ ਭੋਰੇ ਸਨ। ਉਹ ਸਮੁੰਦਰ ਹੈ, ਇਹ ਬੂੰਦ ਸਨ, ਸਮੁੰਦਰ ਦਾ ਰੂਪ ਹੋ ਗਏ ਤੇ ਫਿਰ ਸਮੁੰਦਰ ਨੂੰ ਬਿਆਨ ਕਰਨਾ ਆਪਣੇ ਵੱਸੋਂ ਬਾਹਰ ਹੈ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਦਾਸ ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੈ। ਇਸ ਜਗ੍ਹਾ ਦੇ ਉੱਤੇ ਸਰਪ੍ਰਸਤ ਨੇ ਸੰਤ ਬਾਬਾ ਸੁਰਜੀਤ ਸਿੰਘ ਜੀ, ਜਿਹੜੇ ਇੱਥੇ ਸੇਵਾਵਾਂ ਨਿਭਾ ਰਹੇ ਨੇ। ਉਹਨਾਂ ਦਾ ਹੁਕਮ ਸੀ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ। ਹੋਰ ਵੀ ਇੱਥੇ ਸਤਿਪੁਰਸ਼ ਸੇਵਾਵਾਂ ਕਰਦੇ ਨੇ, ਬਾਬਾ ਦਰਸ਼ਨ ਸਿੰਘ ਜੀ, ਬਾਬਾ ਸੁਖਵਿੰਦਰ ਸਿੰਘ ਜੀ,
ਸੋ ਦਾਸ ਸਭਨਾ ਦਾ ਧੰਨਵਾਦ ਕਰਦਾ ਹੈ। ਇਹ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਮਹਾਂਪੁਰਸ਼ਾਂ ਦੀ ਕਿਰਪਾ ਦੇ ਸਦਕਾ ਕਰ ਰਹੇ ਨੇ ਔਰ ਆਪ ਸੰਗਤਾਂ ਸਹਿਯੋਗ ਕਰਦੇ ਹੋ। ਇਹ ਮਹਾਨ ਗੁਰਮਤਿ ਸਮਾਗਮ ਸਿੱਖ ਜਗਤ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਲਈ ਹਰ ਸਾਲ ਉਲੀਕੇ ਜਾਂਦੇ ਨੇ। ਸੋ ਇੱਥੇ ਸੰਤ ਸੇਵਕ ਜਤਾ ਬਿਹੰਗਮ ਸੰਪਰਦਾਇ ਮਸਤੂਆਣਾ ਸਾਹਿਬ ਦੇ ਜੋ ਮੁੱਖ ਸੇਵਾਦਾਰ ਨੇ ਸੰਤ ਬਾਬਾ ਜੰਗ ਸਿੰਘ ਜੀ। ਖੈਰ ਜਿਤਨੇ ਵੀ ਸਾਧੂ ਨੇ ਸਭਨਾਂ ਦਾ ਧੰਨਵਾਦ ਹੈ ਜੀ। ਜਿਤਨੇ ਵੀ ਮਹਾਂਪੁਰਸ਼ ਪਹੁੰਚੇ ਨੇ, ਸੰਗਤਾਂ ਪਹੁੰਚੀਆਂ ਨੇ, ਸਭਨਾਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। 2 ਫਰਵਰੀ ਤੋਂ 8 ਫਰਵਰੀ ਤੱਕ ਗੁਰਦੁਆਰਾ ਬੰਗਲਾ ਸਾਹਿਬ ਤੋਂ ਚੌਪਈ ਸਾਹਿਬ ਦੀ ਕਥਾ ਦਾਸ ਕਰੇਗਾ। ਚੜ੍ਹਦੀ ਕਲਾ ਟਾਈਮ TV ਤੇ ਸੁਬਾਹ 7:30 ਤੋਂ 8:30 ਆਪ ਸੰਗਤ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।